हेलो गाइस, वेलकम टू करियर एज। राजे करियर एज थोड़े लिए लेके आया मैराथन सीरीज़। एक मैराथन सीरीज़ लेके आया राजे। 10 ਡੇਜ਼ ਦੀ ਇਹ ਮੈਰਾਥਨ ਸੀਰੀਜ਼ ਹੋਏਗੀ, ਜਿਸ ਦੇ ਵਿੱਚ ਕਿ ਡਿਫਰੈਂਟ ਸਬਜੈਕਟਸ ਸੇ ਮੇਰੇ ਨਾਲ ਤੁਸੀਂ ਪੜ੍ਹੋਗੇ ਜਨਰਲ ਅਵੇਅਰਨੈਸ ਜਾਂ ਜੀਕੇ, ਜਿਸ ਦੇ ਵਿੱਚ ਕਿ ਸਾਰੇ ਸਬਜੈਕਟਸ ਆਲਮੋਸਟ ਜਿਵੇਂ ਹਿਸਟਰੀ, ਪੋਲਿਟੀ, ਇਕੋਨਮੀ, ਜੀਓਗ੍ਰਾਫੀ, ਇਹ ਸਾਰੇ ਸਬਜੈਕਟਸ ਆ ਜਾਣਗੇ। ਅਤੇ ਡੇਲੀ ਰਾਜੇ ਡੇਲੀ 10 ਦਿਨ ਅਸੀਂ ਇਹ ਮੈਰਾਥਨ ਕਰਾਂਗੇ, ਜਿਹਦੇ ਵਿੱਚ ਕਿ ਅਸੀਂ MCQ ਸੋਲਵ ਕਰਾਂਗੇ। ਠੀਕ ਹੈ, ਕੁਐਸਚਨ ਸੋਲਵ ਕਰਾਂਗੇ ਡਿਫਰੈਂਟ ਸਬਜੈਕਟਸ 'ਤੇ, ਕਦੇ ਹਿਸਟਰੀ ਦੇ, ਕਦੇ ਪੋਲਿਟੀ ਦੇ। ਠੀਕ ਹੈ, ਇਸ ਤਰ੍ਹਾਂ ਡਿਫਰੈਂਟ ਸਬਜੈਕਟਸ 'ਤੇ ਆਪਾਂ ਕੀ ਹੈ MCQ ਸੋਲਵ ਕਰਾਂਗੇ। ਠੀਕ ਹੈ, ਸਾਰੇ ਐਗਜ਼ਾਮਸ ਵਾਸਤੇ ਇੰਪੋਰਟੈਂਟ ਰਾਜੇ ਜਿਹੜੇ ਕਮਿੰਗ ਐਗਜ਼ਾਮਸ ਨੇ। ਪਟਵਾਰੀ ਐਗਜ਼ਾਮ ਦੀ ਡੇਟ ਆ ਗਈ, ਅਤੇ ਹੋਰ ਵੀ ਐਗਜ਼ਾਮਸ ਜਿਹੜੇ ਬੈਕ ਟੂ ਬੈਕ ਹੋਣੇ ਨੇ। ਅਗਸਤ ਤੋਂ ਬਾਅਦ ਬੈਕ ਟੂ ਬੈਕ ਐਗਜ਼ਾਮ ਦੀ ਡੇਟਸ ਆਉਣਗੀਆਂ ਰਾਜੇ, ਔਰ ਬੈਕ ਟੂ ਬੈਕ ਪੇਪਰ ਹੋਣਗੇ। ਠੀਕ ਹੈ, ਅਤੇ ਤਿਆਰੀ ਨੂੰ ਤੁਸੀਂ 4 ਚੰਦ ਲਗਾਓ ਆਪਣੇ। ਠੀਕ ਹੈ, ਅਗਰ ਤੁਸੀਂ ਪ੍ਰੈਪਰੇਸ਼ਨ ਕੀਤੀ ਹੋਈ ਹੈ ਤਾਂ ਵੀ ਇੰਪੋਰਟੈਂਟ ਨੇ ਤੁਹਾਡੇ ਵਾਸਤੇ ਇਹ MCQ। ਅਗਰ ਨਹੀਂ ਕੀਤੀ ਹੋਈ, ਤੁਸੀਂ ਸਟਾਰਟ ਕਰਨੀ ਹੈ, ਨਵੀਂ ਸਟਾਰਟ ਕਰਨੀ ਹੈ, ਜਾਂ ਥੋੜ੍ਹੀ ਬਹੁਤ ਕੀਤੀ ਹੋਈ ਹੈ, ਫਿਰ ਵੀ ਇੰਪੋਰਟੈਂਟ ਨੇ। ਠੀਕ ਹੈ, ਤਾਂ ਰਾਜੇ ਜ਼ਿਆਦਾ ਇਨਫੋਰਮੇਸ਼ਨ ਲਈ ਤੁਸੀਂ ਹੋਰ ਅਗਰ ਬੈਚਿਸ ਵਗੈਰਾ ਕੋਈ ਇਨਫੋਰਮੇਸ਼ਨ ਲੈਣੀ ਹੈ, ਕੋਚਿੰਗ ਬਾਰੇ ਕੋਈ ਇਨਫੋਰਮੇਸ਼ਨ ਲੈਣੀ ਹੈ, ਜਾਂ ਕਿਸੇ ਵੀ ਨੋਟੀਫਿਕੇਸ਼ਨ ਬਾਰੇ ਕੋਈ ਇਨਫੋਰਮੇਸ਼ਨ ਲੈਣੀ ਹੈ, ਤੁਸੀਂ ਕਰੀਅਰ ਐਜ ਨੂੰ ਕੰਟੈਕਟ ਕਰ ਸਕਦੇ ਹੋ। ਠੀਕ ਹੈ, ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਕੰਟੈਕਟ ਨੰਬਰ ਮਿਲ ਜਾਏਗਾ। ਠੀਕ ਹੈ, ਹੋਰ ਵੀ ਸਲਾਈਡਸ ਦੇ ਵਿੱਚ ਵੀ ਤੁਹਾਨੂੰ ਸਾਰਾ ਇਹ ਕੰਟੈਕਟ ਨੰਬਰ ਮਿਲ ਜਾਏਗਾ। ਇਹ ਜਿਹੜੀ ਸਲਾਈਡ ਹੈ ਜੀ, ਵੀਡੀਓ ਹੈ, ਕਲਾਸ ਫਸਟ ਹੋਏਗੀ ਇਹ। ਠੀਕ ਹੈ, ਇਹ ਆਲਮੋਸਟ ਸਾਰੇ ਐਗਜ਼ਾਮਸ ਵਾਸਤੇ ਰੈਲੀਵੈਂਟ ਹੈ ਜੋ ਪੰਜਾਬ ਦੇ ਕਮਿੰਗ ਐਗਜ਼ਾਮਸ ਨੇ। ਠੀਕ ਹੈ ਜੀ, ਚਲੋ ਫਿਰ ਸਟਾਰਟ ਕਰਦੇ ਹਾਂ। ਕੁਝ MCQ ਸੋਲਵ ਕਰਾਂਗੇ ਆਪਾਂ। ਪੋਸੀਬਲੀ ਅੱਜ ਆਪਾਂ ਕਰਾਂਗੇ ਪੋਲਿਟੀ ਦੇ MCQs। ਅੱਜ ਆਪਾਂ ਪੋਲਿਟੀ ਦੇ MCQs ਪੜ੍ਹਾਂਗੇ। ਠੀਕ ਹੈ, ਚਲੋ ਜੀ ਸਟਾਰਟ ਕਰਦੇ ਹਾਂ। ਫਸਟ ਕੁਐਸਚਨ, ਵਿਚ ਵਨ ਆਫ ਥੀਸ ਇਜ਼ ਨਾਟ ਅ ਫੈਡਰਲ ਫੀਚਰ ਆਫ ਕੌਨਸਟੀਟਿਊਸ਼ਨ ਆਫ ਇੰਡੀਆ। ਨਾਟ ਪੁੱਛ ਰਿਹਾ ਰਾਜੇ। ਇਸ ਤੋਂ ਪਹਿਲਾਂ ਤੁਹਾਨੂੰ ਫੈਡਰਲ ਫੀਚਰ ਦਾ ਪਤਾ ਹੋਣਾ ਚਾਹੀਦਾ ਕਿ ਫੈਡਰਲ ਦਾ ਮਤਲਬ ਕੀ ਹੈ ਰਾਜੇ। ਦੇਖੋ, ਫੈਡਰਲ ਦਾ ਮਤਲਬ ਸਿੰਪਲ ਜੀ ਗੱਲ ਹੈਗੀ ਕਿ ਜਦੋਂ ਇੱਕ ਹਾਇਰਾਰਕੀ ਹੋਵੇ ਸਰਕਾਰ ਦੀ। ਮੰਨ ਲਓ ਹੁਣ ਜਿਵੇਂ ਕੇਂਦਰ ਸਰਕਾਰ ਹੈਗੀ ਹੈ, ਉਹਦੇ ਨੀਚੇ ਇੱਕ ਸਟੇਟ ਸਰਕਾਰ ਹੈਗੀ ਹੈ, ਉਹਦੇ ਨੀਚੇ ਫਿਰ ਪੰਚਾਇਤਾਂ ਨੇ ਆਪਣੀਆਂ। ਠੀਕ ਹੈ, ਤਾਂ ਇੱਕ ਇਹ ਹਾਇਰਾਰਕੀ ਹੈ, ਅਪ ਡਾਊਨ ਹਾਇਰਾਰਕੀ ਹੈਗੀ ਹੈ। ਠੀਕ ਹੈ, ਇਸੇ ਚੀਜ਼ ਨੂੰ ਅਸੀਂ ਫੈਡਰਲ ਕਹਿ ਦਿੰਦੇ ਹਾਂ। ਜੇ ਆਪਾਂ ਗੱਲ ਕਰੀਏ ਕਿ ਸਿਰਫ ਔਰ ਸਿਰਫ ਸੈਂਟਰ ਹੀ ਹੈਗਾ, ਠੀਕ ਹੈ, ਸੈਂਟਰ ਹੀ ਸਾਰੀ ਚੀਜ਼ ਕਰ ਰਿਹਾ, ਸਾਰਾ ਕੁਛ ਹੀ ਮੋਦੀ ਸਾਹਿਬ ਚਲਾ ਰਹੇ ਨੇ, ਫਿਰ ਉਹ ਹੋਊਗਾ ਇੱਕ ਯੂਨਿਟਰੀ ਸਿਸਟਮ। ਠੀਕ ਹੈ, ਹੁਣ ਕਿਉਂਕਿ ਮੋਦੀ ਵੀ ਹੈਗੇ ਨੇ, ਕੈਪਟਨ ਵੀ ਹੈਗੇ ਨੇ, ਤਾਂ ਆਪਾਂ ਕਹਾਂਗੇ ਸਾਡਾ ਇੱਕ ਫੈਡਰਲ ਫੀਚਰ ਹੈਗਾ। ਠੀਕ ਹੈ, ਫੈਡਰਲ ਸਿਸਟਮ ਹੈਗਾ। ਅਤੇ ਇਹਨਾਂ ਦੇ ਵਿੱਚ ਹੁਣ ਪੁੱਛ ਰਿਹਾ ਵੀ ਇਹ 4 ਆਪਸ਼ਨ ਦੇ ਵਿੱਚੋਂ ਫੈਡਰਲ ਫੀਚਰ ਕਿਹੜਾ ਨਹੀਂ ਹੈਗਾ ਰਾਜੇ। ਠੀਕ ਹੈ, ਰਿਟਨ ਐਂਡ ਰਿਜਿਡ ਕੌਨਸਟੀਟਿਊਸ਼ਨ, ਸੰਵਿਧਾਨ ਦਾ ਲਿਖਿਆ ਹੋਣਾ। ਠੀਕ ਹੈ, ਬਿਕਾਜ਼ ਸਾਡਾ ਸੰਵਿਧਾਨ ਲਿਖਿਆ ਹੋਇਆ ਬਿਲਕੁਲ ਪਤਾ ਹੈ। ਰਿਜਿਡ, ਅਤੇ ਇਹਨੂੰ ਅਮੈਂਡਮੈਂਟ ਕਰਨਾ ਥੋੜ੍ਹੀ ਜਿਹੀ ਮੁਸ਼ਕਿਲ ਹੈਗੀ ਹੈ। ਠੀਕ ਹੈ, ਤਾਂ ਇਹ ਡੈਫੀਨੇਟਲੀ ਇੱਕ ਫੈਡਰਲ ਫੀਚਰ ਹੈ ਰਾਜੇ। ਆਪਾਂ ਨੂੰ ਕੀ ਪੁੱਛਿਆ? ਨੋਟ ਅ ਫੈਡਰਲ ਫੀਚਰ। ਫੈਡਰਲ ਫੀਚਰ ਕਿਹੜਾ ਨਹੀਂ ਹੈਗਾ? ਇੰਡੀਪੈਂਡੈਂਟ ਜੁਡੀਸ਼ਰੀ, ਇਹ ਵੀ ਇੱਕ ਫੈਡਰਲ ਫੀਚਰ ਹੈਗਾ। ਠੀਕ ਹੈ, ਵੈਸਟਿੰਗ ਆਫ ਰੈਜ਼ੀਡਰੀ ਪਾਵਰ ਵਿਦ ਸੈਂਟਰ, ਰਾਜੇ ਇਹ ਆਨਸਰ ਆਏਗਾ ਆਪਣਾ, C ਆਨਸਰ ਆਏਗਾ। ਇਹਦਾ ਮਤਲਬ ਕੀ ਹੈ ਰਾਜੇ ਰੈਜ਼ੀਡਰੀ ਪਾਵਰਸ ਦਾ? ਦੇਖੋ, 7th ਸ਼ਡਿਊਲ ਪੜ੍ਹਦੇ ਆਪਾਂ ਸੰਵਿਧਾਨ ਦੇ ਵਿੱਚ, ਪੋਲਿਟੀ ਦੇ ਵਿੱਚ 7th ਸ਼ਡਿਊਲ ਪੜ੍ਹਦੇ, ਉਹਦੇ ਵਿੱਚ 3 ਲਿਸਟ ਬਾਰੇ ਗੱਲ ਕੀਤੀ ਗਈ ਹੈ: ਯੂਨੀਅਨ ਲਿਸਟ, ਸਟੇਟ ਲਿਸਟ ਅਤੇ ਕੌਨਕਰੈਂਟ ਲਿਸਟ। ਠੀਕ ਹੈ, ਮਤਲਬ ਇਹਦੇ ਵਿੱਚ ਕੀ ਹੈ ਕਿ ਜਿਹੜੇ ਸੈਂਟਰ ਦੇ ਸਬਜੈਕਟਸ ਨੇਗੇ, ਇਹਦੇ ਵਿੱਚ ਸਟੇਟ ਦੇ ਸਬਜੈਕਟਸ ਨੇਗੇ। ਠੀਕ ਹੈ ਜੀ, ਸੈਂਟਰ ਦੇ ਸਬਜੈਕਟਸ ਹੋ ਗਏ ਇਹ ਲਿਸਟ ਦੇ ਵਿੱਚ, ਇਹਦੇ ਵਿੱਚ ਸਟੇਟ ਦੇ ਸਬਜੈਕਟ ਹੋ ਗਏ, ਇਹਦੇ ਵਿੱਚ ਕੌਨਕਰੈਂਟ, ਯਾਨੀ ਕਿ ਜਿਸ ਦੇ ਉੱਪਰ ਕਿ ਸਟੇਟ ਅਤੇ ਸੈਂਟਰ ਦੋਨੋਂ ਲੌਜ਼ ਬਣਾ ਸਕਦੇ ਨੇ। ਠੀਕ ਹੈ, ਹੁਣ ਰਾਜੇ ਇਸ ਤੋਂ ਇਲਾਵਾ ਵੀ ਕੁਝ ਸਬਜੈਕਟਸ ਜਿਹੜੇ ਲਿਖੇ ਨਹੀਂ ਹੋਏ ਕਿਤੇ ਵੀ। ਠੀਕ ਹੈ, ਉਹਨੂੰ ਅਸੀਂ ਰੈਜ਼ੀਡਰੀ ਗਿਣ ਲੈਂਦੇ ਹਾਂ। ਦੇਖੋ, ਰੈਜ਼ੀਡਰੀ ਦਾ ਮਤਲਬ ਕੀ ਬਣਦਾ? ਇੰਗਲਿਸ਼ ਇੱਕ ਹਿੰਦੀ ਮੀਨਿੰਗ ਕੀ ਬਣਦਾ, ਜਾਂ ਮਤਲਬ ਪੰਜਾਬੀ ਮੀਨਿੰਗ ਕੀ ਬਣਦਾ ਹੈਗਾ? ਜਿਹੜੀ ਉਸ ਤੋਂ ਇਲਾਵਾ ਰੈਜ਼ੀਡਰੀ, ਹੋਰ ਜਿਹੜੇ ਰਹਿ ਗਏ। ਠੀਕ ਹੈ, ਹੋਰ ਜਿਹੜੇ ਸਬਜੈਕਟ ਰਹਿ ਗਏ ਉਹਨੂੰ ਆਪਾਂ ਰੈਜ਼ੀਡਰੀ ਲਿਖ ਦਿੰਦੇ ਹਾਂ। ਠੀਕ ਹੈ, ਅਤੇ ਸਾਡੇ ਸੰਵਿਧਾਨ ਦੇ ਵਿੱਚ ਕਿਹਾ ਗਿਆ ਕਿ ਜਿਹੜੇ ਰੈਜ਼ੀਡਰੀ ਪਾਵਰਸ ਨੇ ਉਹ ਸੈਂਟਰ ਕੋਲ ਨੇਗੇ। ਠੀਕ ਹੈ, ਇੱਥੇ ਤਾਂ ਆਪਾਂ ਨੇ ਡਿਫਾਈਨ ਕਰਤਾ ਸੀ ਵੀ ਕਿਹੜੇ ਸਬਜੈਕਟ ਕਿਹੜੇ ਸਰਕਾਰ ਕੋਲ ਨੇ। ਕੇਂਦਰ ਸਰਕਾਰ ਕਿਹੜੇ ਸਬਜੈਕਟ ਦੇ ਉੱਪਰ ਕਾਨੂੰਨ ਬਣਾ ਸਕਦੀ ਹੈ, ਸਟੇਟ ਕਿਹੜੇ ਉੱਪਰ ਬਣਾ ਸਕਦੀ ਹੈ, ਅਤੇ ਜਿਹੜੇ ਸਬਜੈਕਟ ਕਿਤੇ ਨਹੀਂ ਲਿਖੇ ਹੋਏ ਉਹਦੇ ਉੱਪਰ ਵੀ ਸੈਂਟਰ ਹੀ ਬਣਾ ਸਕਦੀ ਹੈ। ਠੀਕ ਹੈ, ਇਹ ਚੀਜ਼ ਸਾਨੂੰ ਸਾਡੇ ਸੰਵਿਧਾਨ ਨੇ ਦੱਸੀ ਹੋਈ ਹੈ। ਬਟ ਰਾਜੇ ਇਹ ਵਾਲਾ ਫੀਚਰ ਫੈਡਰਲ ਫੀਚਰ ਨਹੀਂ ਹੈਗਾ। ਠੀਕ ਹੈ, ਕਿਉਂਕਿ ਆਪਾਂ ਕਹਿ ਰਹੇ ਵੀ ਜਦੋਂ ਸੈਂਟਰ ਇਕੱਲਾ ਹੀ ਸਾਰਾ ਕੁਝ ਕਰਦਾ ਹੁੰਦਾ ਉਹਨੂੰ ਅਸੀਂ ਯੂਨਿਟਰੀ ਚੀਜ਼ ਕਹਿੰਦੇ ਹਾਂ। ਹੁਣ ਇੱਥੇ ਸੈਂਟਰ ਇਕੱਲਾ ਹੀ ਕਰ ਰਿਹਾ, ਜਿਹੜੀ ਰੈਜ਼ੀਡਰੀ ਸਬਜੈਕਟਸ ਨੇ ਉਹ ਸੈਂਟਰ ਇਕੱਲੇ ਕੋਲੇ ਪਾਵਰਸ ਨਹੀਂ ਆ, ਤਾਂ ਕਿਤੇ ਨਾ ਕਿਤੇ ਇੱਕ ਯੂਨਿਟਰੀ ਦਾ ਫੀਚਰ ਹੈ, ਫੈਡਰਲ ਦਾ ਫੀਚਰ ਨਹੀਂ ਹੈਗਾ। ਠੀਕ ਹੈ, ਤਾਂ ਆਪਣਾ ਆਨਸਰ ਰਾਜੇ ਬਿਲਕੁਲ C ਆਏਗਾ। D ਆਪਾਂ ਡਿਸਕਸ ਕਰ ਲੈਂਦੇ ਹਾਂ। ਡਿਸਟਰੀਬਿਊਸ਼ਨ ਆਫ ਪਾਵਰਸ, ਅਗੇਨ ਇਹ ਤਾਂ ਰਾਜੇ ਫੈਡਰਲ ਫੀਚਰ ਬਿਲਕੁਲ ਹੀ ਹੈਗਾ। ਠੀਕ ਹੈ, 7th ਸ਼ਡਿਊਲ ਦੇ ਵਿੱਚ ਹੀ ਆ ਜਾਂਦਾ ਇਹ ਕਿ ਡਿਸਟਰੀਬਿਊਸ਼ਨ ਆਫ ਪਾਵਰ, ਕਿ ਕੁਝ ਪਾਵਰ ਇਹਦੇ ਕੋਲ ਨੇ, ਕੁਝ ਪਾਵਰ ਇਹਦੇ ਕੋਲ ਨੇ, ਕੁਝ ਇਹਦੇ ਕੋਲ ਨੇ। ਠੀਕ ਹੈ, ਤਾਂ ਡਿਸਟਰੀਬਿਊਟ ਹੋ ਕੇ ਹੋਈਆਂ ਨੇ। ਇਹ ਡੈਫੀਨੇਟਲੀ ਇੱਕ ਫੈਡਰਲ ਫੀਚਰ ਹੈਗਾ, ਜਿਹੜਾ ਕਿ ਡਿਫਰੈਂਟ ਸਰਕਾਰਾਂ ਨੂੰ ਆਪਣੇ ਪਾਵਰਸ ਦੱਸ ਰਿਹਾ ਹੈਗਾ। ਜੇ ਸਾਰੀਆਂ ਪਾਵਰਸ ਇੱਕ ਹੀ ਸਰਕਾਰ ਕੋਲ ਹੋਣ, ਕੇਂਦਰ ਕੋਲ ਹੋਣ, ਤਾਂ ਆਪਾਂ ਕਹਾਂਗੇ ਉਹ ਫੈਡਰਲ ਨਹੀਂ ਹੈਗਾ, ਉਹ ਯੂਨਿਟਰੀ ਹੈਗਾ। ਠੀਕ ਹੈ, ਤਾਂ ਜਿਹੜਾ C ਆਪਸ਼ਨ ਹੈ ਰਾਜੇ, ਦਿਸ ਇਜ਼ ਦ ਫੀਚਰ ਆਫ ਯੂਨਿਟਰੀ ਗਵਰਨਮੈਂਟ। ਠੀਕ ਹੈ, ਫੈਡਰਲ ਫੀਚਰ ਨਹੀਂ ਹੈਗਾ। ਹਾਂ, ਇੰਡੀਆ ਦੇ ਵਿੱਚ ਵੀ ਇਹ ਚੀਜ਼ ਹੈਗੀ ਹੈ, ਤਾਂ ਆਪਣਾ ਆਨਸਰ C ਆਏਗਾ ਬਿਲਕੁਲ। ਠੀਕ ਹੈ ਜੀ, ਫੈਡਰਲ ਦਾ ਮਤਲਬ ਪਤਾ ਹੋਣਾ ਜ਼ਰੂਰੀ ਸੀ ਇਹਦੇ ਵਿੱਚ। ਸੌਰੀ, ਇੰਗਲਿਸ਼ ਇਜ਼ ਦ ਓਫੀਸ਼ੀਅਲ ਲੈਂਗੁਏਜ ਆਫ ਵਿਚ ਆਫ ਦ ਫੋਲੋਇੰਗ ਸਟੇਟਸ। ਇੰਗਲਿਸ਼ ਦੀ ਗੱਲ ਹੋ ਰਹੀ ਹੈ ਵੀ ਆਪਣੇ ਦੇਸ਼ ਦੇ ਵਿੱਚ ਇੱਕ ਸਟੇਟ ਦੀ ਓਫੀਸ਼ੀਅਲ ਲੈਂਗੁਏਜ ਹੀ ਇੰਗਲਿਸ਼ ਹੈਗੀ। ਜਿਵੇਂ ਸਾਡੇ ਪੰਜਾਬ ਦੀ ਪੰਜਾਬੀ ਓਫੀਸ਼ੀਅਲ ਲੈਂਗੁਏਜ ਹੈਗੀ ਹੈ। ਠੀਕ ਹੈ,
ਪੰਜਾਬ ਦੀ ਪੰਜਾਬੀ ਆਫੀਸ਼ੀਅਲ ਲੈਂਗੁਏਜ ਹੈ, ਉਸ ਤਰ੍ਹਾਂ ਇੱਕ ਸਟੇਟ ਦੀ ਇੰਗਲਿਸ਼ ਲੈਂਗੁਏਜ ਵੀ ਹੈਗੀ ਹੈ ਰਾਜੇ, ਠੀਕ ਹੈ। ਉਹਦਾ ਆਨਸਰ ਆਏਗਾ ਰਾਜੇ ਨਾਗਾਲੈਂਡ। ਨਾਗਾਲੈਂਡ ਸਟੇਟ ਦੀ ਜਿਹੜੀ ਲੈਂਗੁਏਜ ਹੈਗੀ ਹੈ ਆਫੀਸ਼ੀਅਲ ਲੈਂਗੁਏਜ, ਉਹ ਇੰਗਲਿਸ਼ ਹੈ, ਠੀਕ ਹੈ। ਬਿਕਾਜ਼ ਜਿਹੜੇ ਨਾਗਾਲੈਂਡ ਦੇ ਲੋਕ ਨੇਗੇ ਜਾਂ ਨੌਰਥ ਈਸਟ ਦੇ ਕਈ ਸਟੇਟਸ ਦੇ ਲੋਕ ਨੇ, ਅਰੁਣਾਚਲ ਵੀ ਈਵਨ ਕਿ, ਤਾਂ ਉਹ ਮੋਸਟਲੀ ਇੰਗਲਿਸ਼ ਦੇ ਵਿੱਚ ਹੀ ਕਨਵਰਸੇਸ਼ਨ ਕਰਦੇ ਨੇ, ਆਪਣੀ ਡੇਲੀ ਲਾਈਫ ਦੇ ਵਿੱਚ ਵੀ ਇੰਗਲਿਸ਼ ਦੇ ਵਿੱਚ ਹੀ ਕਨਵਰਸ ਕਰਦੇ ਨੇ, ਠੀਕ ਹੈ। ਇਸੇ ਕਰਕੇ ਇੰਗਲਿਸ਼ ਦੀ ਜ਼ਿਆਦਾ ਯੂਜ਼ੇਜ ਹੋਣ ਕਰਕੇ ਉਹਨਾਂ ਦੀ ਆਫੀਸ਼ੀਅਲ ਲੈਂਗੁਏਜ ਵੀ ਇੰਗਲਿਸ਼ ਹੀ ਹੈ, ਠੀਕ ਹੈ ਜੀ। ਆਪਣਾ ਆਨਸਰ ਆਏਗਾ ਨਾਗਾਲੈਂਡ। ਕਾਫੀ ਫੇਵਰੇਟ ਕੁਐਸਚਨ ਹੈ ਰਾਜੇ ਪੰਜਾਬ ਦੇ ਐਗਜ਼ਾਮਸ ਦਾ ਇਹ, ਠੀਕ ਹੈ। ਕਿਹੜੀ ਸਟੇਟ ਦੀ ਲੈਂਗੁਏਜ, ਇਹ ਆਫੀਸ਼ੀਅਲ ਲੈਂਗੁਏਜ ਇੰਗਲਿਸ਼ ਹੈਗੀ ਹੈ। ਥਰਡ ਕੁਐਸਚਨ ਰਾਜੇ, ਟੂ ਹੂਮ ਡਜ਼ ਅ ਜੱਜ ਆਫ ਸੁਪਰੀਮ ਕੋਰਟ, ਸੁਪਰੀਮ ਕੋਰਟ ਦੇ ਜੱਜ ਦੀ ਗੱਲ ਹੋ ਰਹੀ ਹੈ, ਐਡਰੈਸਿਸ ਹਿਜ਼ ਰੈਜ਼ਿਗਨੇਸ਼ਨ ਇਫ ਹੀ ਵਾਂਟਸ, ਠੀਕ ਹੈ ਜੀ। ਕੀ ਪੁੱਛ ਰਿਹਾ ਹੈ ਕਿ ਅਗਰ ਸੁਪਰੀਮ ਕੋਰਟ ਦੇ ਜੱਜ ਨੇ ਕਿਸੇ ਨੇ ਰਿਜ਼ਾਈਨ ਕਰਨਾ ਹੈ, ਤਿਆਗ ਪੱਤਰ ਦੇਣਾ ਹੈ, ਇਸਤੀਫਾ ਦੇਣਾ ਹੈ, ਤਾਂ ਆਪਣਾ ਤਿਆਗ ਪੱਤਰ ਕਿਹੜੇ ਆਫੀਸ਼ੀਅਲ ਨੂੰ ਦੇਏਗਾ, ਠੀਕ ਹੈ। ਸੁਪਰੀਮ ਕੋਰਟ ਦੇ ਜੱਜ ਨੇ ਰਿਜ਼ਾਈਨ ਕਰਨਾ ਹੈ ਤਾਂ ਆਪਣਾ ਤਿਆਗ ਪੱਤਰ ਕਿਹਨੂੰ ਦੇਏਗਾ ਰਾਜੇ? ਚੀਫ ਜਸਟਿਸ ਆਫ ਇੰਡੀਆ, ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ, ਲਾਅ ਮਿਨਿਸਟਰ, ਠੀਕ ਹੈ ਰਾਜੇ। ਆਪਾਂ ਨੂੰ ਪਤਾ ਅਪਾਇੰਟਮੈਂਟ ਕੌਣ ਕਰਦਾ ਰਾਜੇ ਸੁਪਰੀਮ ਕੋਰਟ ਦੇ ਜੱਜਿਸ ਦੀ? ਅਪਾਇੰਟਮੈਂਟ ਕਰਦੇ ਨੇ ਪ੍ਰੈਜ਼ੀਡੈਂਟ, ਠੀਕ ਹੈ। ਅਤੇ ਜੇ ਪ੍ਰੈਜ਼ੀਡੈਂਟ ਅਪਾਇੰਟ ਕਰਦੇ ਨੇ ਤਾਂ ਫਿਰ ਰੈਜ਼ਿਗਨੇਸ਼ਨ ਲੈਟਰ ਵੀ ਪ੍ਰੈਜ਼ੀਡੈਂਟ ਨੂੰ ਹੀ ਮਿਲੇਗਾ, ਤਾਂ ਆਪਣਾ ਆਨਸਰ ਆਏਗਾ ਰਾਜੇ ਸੀ, ਪ੍ਰੈਜ਼ੀਡੈਂਟ। ਅਗਰ ਕਿਸੇ ਸੁਪਰੀਮ ਕੋਰਟ ਦੇ ਜੱਜ ਨੇ, ਚਾਹੇ ਚੀਫ ਜਸਟਿਸ ਹੀ ਕਿਉਂ ਨਾ ਹੋਵੇ, ਅਗਰ ਰਿਜ਼ਾਈਨ ਕਰਨਾ ਹੈ ਤਾਂ ਆਪਣਾ ਤਿਆਗ ਪੱਤਰ ਪ੍ਰੈਜ਼ੀਡੈਂਟ, ਰਾਸ਼ਟਰਪਤੀ ਨੂੰ ਦੇਣਗੇ, ਠੀਕ ਹੈ ਜੀ। ਕਿਉਂਕਿ ਅਪਾਇੰਟਮੈਂਟ ਵੀ ਰਾਸ਼ਟਰਪਤੀ ਨੇ ਹੀ ਕੀਤੀ ਸੀ, ਠੀਕ ਹੈ। ਸੇਮ ਗੋਜ਼ ਵਿਦ ਰਾਜੇ ਹਾਈ ਕੋਰਟ ਜੱਜਿਸ, ਕਿ ਹਾਈ ਕੋਰਟ ਦੇ ਜੱਜਿਸ ਦੀ ਅਪਾਇੰਟਮੈਂਟ ਵੀ ਪ੍ਰੈਜ਼ੀਡੈਂਟ ਹੀ ਕਰਦੇ ਨੇ, ਠੀਕ ਹੈ ਜੀ। ਚਲੋ, ਹੂ ਸੈਟਲਸ ਦ ਡਿਸਪਿਊਟਸ ਰਿਗਾਰਡਿੰਗ ਇਲੈਕਸ਼ਨ ਆਫ ਪ੍ਰੈਜ਼ੀਡੈਂਟ ਆਫ ਇੰਡੀਆ? ਰਾਜੇ ਸਾਨੂੰ ਪਤਾ ਹੈ ਆਰਟੀਕਲ 54 ਦੇ ਵਿੱਚ ਇਲੈਕਟੋਰਲ ਕਾਲਜ ਦੀ ਗੱਲ ਕੀਤੀ ਗਈ ਹੈ, ਠੀਕ ਹੈ। 52 ਦੇ ਵਿੱਚ ਕੀ ਹੈਗਾ? ਪ੍ਰੈਜ਼ੀਡੈਂਟ। ਅਤੇ 54 ਦੇ ਵਿੱਚ ਰਾਜੇ ਇੱਕ ਇਲੈਕਟੋਰਲ ਕਾਲਜ ਦੀ ਗੱਲ ਕੀਤੀ ਹੈ ਵੀ ਕਿਵੇਂ ਕਿਵੇਂ ਇਲੈਕਸ਼ਨ ਕਰਨਾ ਹੈਗਾ, ਠੀਕ ਹੈ, ਪ੍ਰੈਜ਼ੀਡੈਂਟ ਦਾ, ਠੀਕ ਹੈ। ਇਹਦੇ ਵਿੱਚ ਕਾਫੀ ਇੱਕ ਮਤਲਬ ਲੰਬਾ ਜਿਹਾ ਪ੍ਰੋਸੈਸ ਹੈਗਾ ਵੀ ਕਿਵੇਂ ਕਿਵੇਂ ਸਾਰਾ ਪ੍ਰੋਸੈਸ ਕਰਨਾ, ਕਿਵੇਂ ਕਿਵੇਂ ਇਲੈਕਸ਼ਨ ਕਰਨੀ ਹੈ। ਹੁਣ ਇਹੋ ਜਿਹੇ ਲੰਬੇ ਪ੍ਰੋਸੈਸ ਦੇ ਵਿੱਚ ਪੋਸੀਬਿਲਿਟੀ ਹੈਗੀ ਕਿ ਕੋਈ ਨਾ ਕੋਈ ਡਿਸਪਿਊਟ ਪੈ ਸਕਦਾ, ਠੀਕ ਹੈ। ਕੋਈ ਨਾ ਕੋਈ MP ਕਹਿ ਸਕਦਾ ਖੜਾ ਹੋ ਕੇ ਵੀ ਇਹ ਚੀਜ਼ ਗਲਤ ਹੋਈ ਹੈ ਇਲੈਕਸ਼ਨ ਦੇ ਵਿੱਚ, ਇਹ ਚੀਜ਼ ਸਹੀ ਹੋਈ ਹੈ, ਤਾਂ ਕੋਈ ਨਾ ਕੋਈ ਡਿਸਪਿਊਟ ਪੈਣ ਦੇ ਬੜੇ ਚਾਂਸਸ ਹੁੰਦੇ ਨੇ, ਠੀਕ ਹੈ, ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ। ਤਾਂ ਅਗਰ ਕੋਈ ਡਿਸਪਿਊਟ ਪੈਂਦਾ ਰਾਜੇ ਤਾਂ ਹੂ ਸੈਟਲਸ, ਅਗਰ ਕੋਈ ਐਸਾ ਡਿਸਪਿਊਟ ਪੈਂਦਾ ਤਾਂ ਇਹ ਜਿਹੇ ਡਿਸਪਿਊਟ ਨੂੰ ਸੈਟਲ ਕੌਣ ਕਰੇਗਾ, ਇਹ ਕੁਐਸਚਨ ਪੁੱਛ ਰਿਹਾਗਾ। ਹੂ ਸੈਟਲਸ ਦ ਡਿਸਪਿਊਟਸ ਰਿਗਾਰਡਿੰਗ ਇਲੈਕਸ਼ਨ ਆਫ ਰਾਸ਼ਟਰਪਤੀ, ਠੀਕ ਹੈ। ਰਾਸ਼ਟਰਪਤੀ ਦੇ ਇਲੈਕਸ਼ਨ ਦੇ ਵਿੱਚ ਅਗਰ ਕੋਈ ਡਿਸਪਿਊਟ ਹੁੰਦਾ ਹੈ ਤਾਂ ਕੌਣ ਸੈਟਲ ਕਰੇਗਾ ਰਾਜੇ? ਕੀ ਪਾਰਲੀਮੈਂਟ ਕਰੇਗੀ, ਸੁਪਰੀਮ ਕੋਰਟ, ਇਲੈਕਸ਼ਨ ਕਮਿਸ਼ਨ, ਜਾਂ ਕੋਈ ਵੀ ਨਹੀਂ ਇਹਨਾਂ ਦੇ ਵਿੱਚੋਂ? ਤਾਂ ਆਪਣਾ ਆਨਸਰ ਦੇਖੋ ਰਾਜੇ, ਨੋਰਮਲ ਕੇਸਿਸ ਦੇ ਵਿੱਚ ਇਲੈਕਸ਼ਨ ਕਮਿਸ਼ਨ ਕਾਫੀ ਆਪਾਂ ਨੂੰ ਪਤਾ ਹੈ ਡਿਸਪਿਊਟ ਸੋਲਵ ਕਰਦੀ ਹੁੰਦੀ ਹੈ, ਬਟ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਅਤੇ ਵਾਈਸ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ, ਇਹ ਦੋ ਇਲੈਕਸ਼ਨ ਨੇ ਰਾਜੇ ਜਿਨ੍ਹਾਂ ਦੇ ਵਿੱਚ ਅਗਰ ਕੋਈ ਡਿਸਪਿਊਟ ਪੈਦਾ ਹੁੰਦਾ ਤਾਂ ਇਹਦਾ ਸੋਲੂਸ਼ਨ ਕਰੂਗਾ ਰਾਜੇ ਸੁਪਰੀਮ ਕੋਰਟ, ਠੀਕ ਹੈ। ਅਤੇ ਤੁਸੀਂ ਹਮੇਸ਼ਾ ਯਾਦ ਰੱਖਣਾ ਹੈ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਦੇ ਵਿੱਚ ਵੀ ਅਤੇ ਵਾਈਸ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਦੇ ਵਿੱਚ ਵੀ ਅਗਰ ਕੋਈ ਡਿਸਪਿਊਟ ਪੈਦਾ ਹੁੰਦਾ, ਇਲੈਕਸ਼ਨ ਦੇ ਵਿੱਚ ਗੱਲ ਕਰ ਰਿਹਾ ਮੈਂ, ਕਿਉਂਕਿ ਜਿਹੜੀ ਵੋਟਿੰਗ ਹੁੰਦੀ ਹੈ ਇਲੈਕਸ਼ਨ ਦੇ ਵਿੱਚ ਉਹਦੇ ਵਿੱਚ ਵਾਦ ਵਿਵਾਦ ਹੋਣ ਦੇ ਚਾਂਸਿਸ ਬਣ ਜਾਂਦੇ ਨੇ, ਠੀਕ ਹੈ। ਤਾਂ ਅਗਰ ਕੋਈ ਡਿਸਪਿਊਟ ਪੈਦਾ ਹੁੰਦਾ ਤਾਂ ਸੁਪਰੀਮ ਕੋਰਟ ਦਾ ਡਿਸੀਜਨ ਹੈ ਜਿਹੜਾ ਫਾਈਨਲ ਹੋਏਗਾ ਵੀ ਹਾਂ ਇਹ ਚੀਜ਼ ਸਹੀ ਹੈ, ਇਹ ਚੀਜ਼ ਗਲਤ ਹੈ। ਸੁਪਰੀਮ ਕੋਰਟ ਡਿਸਾਈਡ ਕਰੇਗੀ ਕਿਹੜੇ ਕਿਹੜੇ ਇਲੈਕਸ਼ਨ ਦੇ ਵਿੱਚ, ਇੱਕ ਰਾਸ਼ਟਰਪਤੀ ਦੇ, ਇੱਕ ਉਪ ਰਾਸ਼ਟਰਪਤੀ ਦੇ। ਤੁਸੀਂ ਅੱਜ ਤੋਂ ਬਾਅਦ ਯਾਦ ਰੱਖਣਾ, ਠੀਕ ਹੈ ਜੀ। ਨੈਕਸਟ ਮੂਵ ਔਨ ਕਰੀਏ 5th ਕੁਐਸਚਨ ਦੇ ਵਿੱਚ ਰਾਜੇ। ਵੈਰੀ ਈਜ਼ੀ ਕੁਐਸਚਨ ਹੈ ਜਿਹੜਾ ਕਿ ਅਕਸਰ ਹੀ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਪੰਜਾਬ ਐਗਜ਼ਾਮ ਦੇ ਵਿੱਚ, ਠੀਕ ਹੈ। ਵਿਚ ਵਨ ਆਫ ਦ ਫੋਲੋਇੰਗ ਇਜ਼ ਨਾਟ ਅ ਫੰਡਾਮੈਂਟਲ ਰਾਈਟ? ਫੰਡਾਮੈਂਟਲ ਰਾਈਟ ਦੇ ਆਰਟੀਕਲਸ ਕਿਹੜੇ ਨੇ ਰਾਜੇ? 12 ਤੋਂ ਲੈ ਕੇ 35। ਪਾਰਟ 3 ਦੇ ਵਿੱਚ ਆਉਂਦਾ ਇਹ, ਆਪਾਂ ਨੂੰ ਪਤਾ ਹੈ ਸਾਡੇ ਸੰਵਿਧਾਨ ਦੇ ਪਾਰਟ 3 ਦੇ ਵਿੱਚ ਆਉਂਦਾ ਹੈ। ਪਾਰਟ 3 12 ਤੋਂ 35 ਆਰਟੀਕਲਸ ਨੇ ਫੰਡਾਮੈਂਟਲ ਰਾਈਟਸ, ਠੀਕ ਹੈ। ਅਤੇ ਇਹਨਾਂ ਚਾਰਾਂ ਦੇ ਵਿੱਚੋਂ ABCD ਦੇ ਵਿੱਚ ਪੁੱਛ ਰਿਹਾ ਕਿਹੜੀ ਫੰਡਾਮੈਂਟਲ ਰਾਈਟ ਨਹੀਂ ਹੈਗੀ ਰਾਜੇ, ਠੀਕ ਹੈ। ਰਾਈਟ ਟੂ ਇਕੁਐਲਿਟੀ ਕੀ ਹੈ ਰਾਜੇ? ਦੇਖੋ 14 ਤੋਂ 18 ਪੜ੍ਹਦੇ ਆਪਾਂ, ਠੀਕ ਹੈ। ਇਹ ਆਪਣਾ ਮਤਲਬ ਫੰਡਾਮੈਂਟਲ ਰਾਈਟ ਦਾ ਪਾਰਟ ਹੈ। 12 ਤੋਂ 35 ਦੇ ਵਿੱਚ ਆ ਰਿਹਾ ਨਾ, ਬਿਲਕੁਲ ਹੈਗਾ। ਰਾਈਟ ਟੂ ਪ੍ਰੋਪਰਟੀ ਕੀ ਹੈ ਰਾਜੇ? 300A ਦੇ ਵਿੱਚ ਆਊਗਾ ਇਹ, ਠੀਕ ਹੈ। ਤਾਂ 12 ਤੋਂ 35 ਦੇ ਵਿੱਚ ਨਹੀਂ ਆ ਰਹੀ ਇਹ ਚੀਜ਼, ਠੀਕ ਹੈ। ਤਾਂ ਡੈਫੀਨੇਟਲੀ ਇਹ ਵਾਲੀ ਜਿਹੜੀ ਰਾਈਟ ਟੂ ਪ੍ਰੋਪਰਟੀ ਹੈ ਇਟ ਇਜ਼ ਨਾਟ ਅ ਫੰਡਾਮੈਂਟਲ ਰਾਈਟ। ਆਪਣਾ ਆਨਸਰ ਆਏਗਾ ਰਾਜੇ B, ਬਿਲਕੁਲ ਆਪਣਾ ਆਨਸਰ B ਆਏਗਾ। ਰਾਈਟ ਟੂ ਪ੍ਰੋਪਰਟੀ ਇਜ਼ ਨਾਟ ਅ ਫੰਡਾਮੈਂਟਲ ਰਾਈਟ, ਰਾਦਰ ਇਟ ਇਜ਼ ਅ ਕੌਨਸਟੀਟਿਊਸ਼ਨਲ ਰਾਈਟ ਜਾਂ ਫਿਰ ਇਟ ਇਜ਼ ਅ ਲੀਗਲ ਰਾਈਟ, ਦੋਨੋਂ ਹੀ ਨੇਗੇ, ਠੀਕ ਹੈ। ਦੋਨੋਂ ਹੀ ਨੇ, ਲੀਗਲ ਰਾਈਟ ਵੀ ਕਹਿ ਸਕਦੇ ਅਤੇ ਕੌਨਸਟੀਟਿਊਸ਼ਨਲ ਰਾਈਟ ਵੀ ਕਹਿ ਸਕਦੇ ਹਾਂ, ਬਟ ਫੰਡਾਮੈਂਟਲ ਰਾਈਟ ਨਹੀਂ ਕਹਿ ਸਕਦੇ। ਰਾਈਟ ਟੂ ਪ੍ਰੋਪਰਟੀ ਇਜ਼ ਨਾਟ ਅ ਫੰਡਾਮੈਂਟਲ ਰਾਈਟ। ਤੁਹਾਨੂੰ ਪਤਾ ਹੈ 44th ਕੌਨਸਟੀਟਿਊਸ਼ਨ ਅਮੈਂਡਮੈਂਟ ਐਕਟ 1978 ਦੇ ਨਾਲ ਰਾਈਟ ਟੂ ਪ੍ਰੋਪਰਟੀ ਨੂੰ ਫੰਡਾਮੈਂਟਲ ਰਾਈਟ ਤੋਂ ਰਿਮੂਵ ਕਰਤਾ ਸੀਗਾ, ਠੀਕ ਹੈ। ਪਹਿਲਾਂ ਇਹ ਫੰਡਾਮੈਂਟਲ ਰਾਈਟ ਹੀ ਸੀਗੀ, ਬਟ 44th ਅਮੈਂਡਮੈਂਟ ਦੇ ਨਾਲ ਇਹ ਰਿਮੂਵ ਕਰਤਾ ਸੀ ਅਤੇ 300A ਦੇ ਵਿੱਚ ਪਾਤਾ ਸੀ, ਆਰਟੀਕਲ 300A ਦੇ ਵਿੱਚ ਪਾਤਾ ਸੀ, ਤਾਂ ਕਰਕੇ ਇਹਨੂੰ ਕੌਨਸਟੀਟਿਊਸ਼ਨ ਜਾਂ ਫਿਰ ਲੀਗਲ ਰਾਈਟ ਹੀ ਕਹਿੰਦੇ ਆ, ਫੰਡਾਮੈਂਟਲ ਰਾਈਟ ਨਹੀਂ ਕਹਿ ਸਕਦੇ ਹੋ, ਠੀਕ ਹੈ। ਰਾਈਟ ਟੂ ਫਰੀडम ਪੜ੍ਹ ਦੇਖ ਲੈਣਾ ਰਾਜੇ, ਆਰਟੀਕਲ 19 ਹੈ, ਠੀਕ ਹੈ। 12 ਤੋਂ 35 ਦੇ ਵਿੱਚ ਆ ਰਿਹਾ, ਡੈਫੀਨੇਟਲੀ ਇਹ ਫੰਡਾਮੈਂਟਲ ਰਾਈਟ ਹੈ। ਰਾਈਟ ਟੂ ਕੌਨਸਟੀਟਿਊਸ਼ਨ ਰੈਮੀਡੀਜ਼, ਆਰਟੀਕਲ 32, ਇਹ ਵੀ ਇੱਕ ਫੰਡਾਮੈਂਟਲ ਰਾਈਟ ਹੈ, ਠੀਕ ਹੈ, ਕਿਉਂਕਿ 12 ਤੋਂ 35 ਦੇ ਵਿੱਚ ਹੀ ਆ ਰਿਹਾ, ਠੀਕ ਹੈ। ਇਹਨੂੰ ਹਾਰਟ ਐਂਡ ਸੋਲ ਵੀ ਕਿਹਾ ਜਾਂਦਾ, ਹਾਰਟ ਐਂਡ ਸੋਲ ਆਫ ਕੌਨਸਟੀਟਿਊਸ਼ਨ, ਠੀਕ ਹੈ। ਹਾਰਟ ਐਂਡ ਸੋਲ, ਇਹ ਵੀ ਕੁਐਸਚਨ ਬਹੁਤ ਵਾਰੀ ਆਉਂਦਾ ਹੈ ਕਿ ਕਿਹੜੀ ਫੰਡਾਮੈਂਟਲ ਰਾਈਟ ਨੂੰ ਹਾਰਟ ਐਂਡ ਸੋਲ ਕਿਹਾ ਜਾਂਦਾ, ਤਾਂ ਉਹ ਹੈਗਾ ਰਾਜੇ ਆਰਟੀਕਲ 32, ਰਾਈਟ ਟੂ ਕੌਨਸਟੀਟਿਊਸ਼ਨਲ ਰੈਮੀਡੀਜ਼। ਕਿਹਨੇ ਕਿਹਾ ਸੀ ਇਹ ਚੀਜ਼? ਅੰਬੇਦਕਰ ਸਾਹਿਬ ਨੇ। ਆਪਣੇ ਡਰਾਫਟਿੰਗ ਕਮੇਟੀ ਦੇ ਜਿਹੜੇ ਚੇਅਰਮੈਨ ਸੀਗੇ
ਉਹ ਅੰਬੇਦਕਰ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਰਾਈਟ ਟੂ ਕਨਸਟੀਟਿਊਸ਼ਨਲ ਰੈਮੀਡੀਜ਼ ਇਜ਼ ਅ ਹਾਰਟ ਐਂਡ ਸੋਲ ਆਫ ਕਨਸਟੀਟਿਊਸ਼ਨ ਆਫ ਇੰਡੀਆ। ਠੀਕ ਹੈ ਜੀ, ਤਾਂ ਕਲੀਅਰ ਹੋਣਾ ਚਾਹੀਦਾ ਰਾਜੇ। ਆਂਸਰ ਕੀ ਆਊਗਾ ਆਪਣਾ, ਰਾਈਟ ਟੂ ਪ੍ਰੋਪਰਟੀ ਇਜ਼ ਨੋਟ ਅ ਫੰਡਾਮੈਂਟਲ ਰਾਈਟ। ਠੀਕ ਹੈ, ਈਜ਼ੀ ਕੁਐਸਚਨ ਸੀ ਬਟ ਕਾਫੀ ਕੁਝ ਸਿੱਖਣ ਨੂੰ ਮਿਲਿਆ ਆਪਾਂ ਨੂੰ ਇਹਦੇ ਵਿੱਚੋਂ। ਨੈਕਸਟ ਮੂਵ ਔਨ ਕਰਦੇ ਰਾਜੇ 6 ਕੁਐਸਚਨ ਦੇ ਉੱਪਰ। ਵਿਚ ਵਨ ਆਫ ਦ ਫੋਲੋਇੰਗ ਸ਼ਡਿਊਲਸ, ਆਪਾਂ ਨੂੰ ਪਤਾ ਰਾਜੇ 12 ਸ਼ਡਿਊਲਸ ਨੇ ਆਪਣੇ। ਠੀਕ ਹੈ, ਟੋਟਲ 12 ਸ਼ਡਿਊਲਸ ਨੇ। ਓਰੀਜਨਲੀ ਕਿੰਨੇ ਸੀਗੇ, 8 ਸੀਗੇ, ਬਟ ਬਾਅਦ ਦੇ ਵਿੱਚ 4 ਐਡ ਹੋ ਗਏ ਤੇ ਅੱਜ 12 ਸ਼ਡਿਊਲਸ ਨੇ ਆਪਣੇ। Which one of the following schedules of Indian Constitution lists the names of states and specifies their territories ਰਾਜੇ। ਠੀਕ ਹੈ, 12 ਸ਼ਡਿਊਲ ਨੇ ਰਾਜੇ, ਡਿਫਰੈਂਟ ਸ਼ਡਿਊਲ ਦੇ ਵਿੱਚ ਡਿਫਰੈਂਟ ਚੀਜ਼ਾਂ ਲਿਖੀਆਂ ਨੇਗੀਆਂ। ਪੋਸੀਬਲੀ ਮੈਂ ਸ਼ਡਿਊਲਸ ਦੀ ਇੱਕ ਵੀਡੀਓ ਬਣਾਵਾਂਗਾ ਜਿਹਦੇ ਵਿੱਚ ਕਿ ਟ੍ਰਿਕਸ ਦੇ ਨਾਲ ਸਾਰੇ ਸ਼ਡਿਊਲਸ ਯਾਦ ਹੋ ਜਾਣਗੇ। ਠੀਕ ਹੈ, 12 ਸ਼ਡਿਊਲਸ ਨੇ ਆਪਣੇ ਤੇ 25 ਪਾਰਟਸ ਨੇਗੇ। ਠੀਕ ਹੈ, 12 ਸ਼ਡਿਊਲ 25 ਪਾਰਟਸ, ਪੋਸੀਬਲੀ ਜਲਦੀ ਹੀ ਇੱਕ ਵੀਡੀਓ ਬਣਾ ਦਾਂਗਾ ਜਿਹਦੇ ਵਿੱਚ ਕਿ 12 ਸ਼ਡਿਊਲ ਦੇ 25 ਪਾਰਟਸ ਨੂੰ ਟ੍ਰਿਕਸ ਨਾਲ ਯਾਦ ਕਰਨਾ ਸਿਖਾਵਾਂਗਾ। ਠੀਕ ਹੈ ਜੀ, ਚਲੋ ਇਹ ਕੁਐਸਚਨ ਆਨਸਰ ਕਰੀਏ ਰਾਜੇ ਕਿ ਨੇਮ ਆਫ ਸਟੇਟਸ ਦੇ ਨਾਮ ਲਿਖੇ ਹੋਣੇ ਚਾਹੀਦੇ ਨੇ ਤੇ ਨਾਲ ਉਹਦੀਆਂ ਟੈਰੀਟਰੀਜ਼, ਕਿੰਨੇ ਏਰੀਆ ਕਿੰਨਾ ਜਗ੍ਹਾ ਦੇ ਵਿੱਚ ਉਹ ਸਟੇਟ ਦਾ ਖੇਤਰਫਲ ਹੈਗਾ। ਠੀਕ ਹੈ, ਤਾਂ ਇਹ ਸਾਰੀਆਂ ਚੀਜ਼ਾਂ ਕਿਹੜੇ ਸ਼ਡਿਊਲ ਦੇ ਵਿੱਚ ਲਿਖੀਆਂ ਨੇ, ਤਾਂ ਆਪਣਾ ਆਨਸਰ ਆਏਗਾ ਰਾਜੇ ਫਰਸਟ ਸ਼ਡਿਊਲ। ਪਹਿਲੇ ਸ਼ਡਿਊਲ ਦੇ ਵਿੱਚ ਹੀ ਨੇਮ ਆਫ ਸਟੇਟਸ ਐਂਡ ਇਟਸ ਟੈਰੀਟਰੀ, ਨੇਮਸ ਐਂਡ ਟੈਰੀਟਰੀ, ਇਹ ਆਪਣੀ ਪਹਿਲੇ ਸ਼ਡਿਊਲ ਦੇ ਵਿੱਚ ਹੀ ਲਿਖੀ ਹੈ ਵੀ ਕਿੰਨੀਆਂ ਸਟੇਟਸ ਨੇ ਆਪਣੇ ਦੇਸ਼ ਦੇ ਵਿੱਚ, ਕਿੰਨਾ ਦਾ ਖੇਤਰਫਲ ਹੈ। ਤਾਂ ਇਹ ਸਾਰਾ ਕੁਝ ਪਹਿਲੇ ਸ਼ਡਿਊਲ ਦੇ ਵਿੱਚ ਹੀ ਲਿਖਿਆ ਹੋਇਆ, ਨੇਮਸ ਆਫ ਸਟੇਟਸ। ਠੀਕ ਹੈ ਜੀ, ਹਾਂਜੀ। ਸੈਕਿੰਡ ਸ਼ਡਿਊਲ ਦੇ ਵਿੱਚ ਕੀ ਆ ਰਾਜੇ, ਸਿੰਪਲੀ ਸੈਲਰੀਜ਼ ਵਗੈਰਾ ਨੇਗੀਆਂ, ਡਿਫਰੈਂਟ ਆਫੀਸ਼ੀਅਲਸ ਦੀਆਂ ਸੈਲਰੀਜ਼ ਨੇਗੀਆਂ, ਇਹਨੂੰ ਕਿੰਨੀ ਦੇਣੀ ਉਹਨੂੰ ਕਿੰਨੀ ਦੇਣੀ ਹੈ। ਠੀਕ ਹੈ, ਸੈਲਰੀਜ਼ ਅਲਾਊਂਸਿਸ ਇਹ ਸਭ ਕੁਛ। ਥਰਡ ਸ਼ਡਿਊਲ ਦੇ ਵਿੱਚ ਕੀ ਆ ਰਾਜੇ, ਓਥ ਹੈਗੀ ਕਿ ਡਿਫਰੈਂਟ ਫੰਕਸ਼ਨਰੀਜ਼ ਨੇ ਜਿਹੜੇ ਕਿਹੜੀ ਸਹੁੰ ਚੱਕਦੇ ਨੇਗੇ। ਠੀਕ ਹੈ, ਸਹੁੰ ਉਹਨਾਂ ਦੀ ਐਜ਼ ਇਟ ਇਜ਼ ਓਥ ਲਿਖੀ ਹੋਈ ਹੈ ਵੀ ਆਈ ਸਵੇਅਰ ਟੂ ਦਿਸ, ਆਈ ਸਵੇਅਰ ਟੂ ਦੈਟ, ਮੈਂ ਭਗਵਾਨ ਕੋ ਸਾਕਸ਼ੀ ਮਾਨ ਕਰੀਏ ਸਭ, ਹੈ ਨਾ। ਤਾਂ ਇਹ ਕੁਛ ਲਿਖਿਆ ਹੋਇਆ ਸ਼ਡਿਊਲ ਥਰਡ ਦੇ ਵਿੱਚ। ਫੋਰਥ ਸ਼ਡਿਊਲ ਦੇ ਵਿੱਚ ਕੀ ਆ ਰਾਜੇ, ਰਾਜ ਸਭਾ ਦੇ ਵਿੱਚ ਹਰ ਇੱਕ ਸਟੇਟ ਦੀ ਕਿੰਨੀ ਐਲੋਕੇਸ਼ਨ ਹੈ। ਜਿਵੇਂ ਤੁਸੀਂ ਪੰਜਾਬ ਦਾ ਦੇਖੋ, ਪੰਜਾਬ ਦੇ ਕਿੰਨੇ ਮੈਂਬਰ ਰਾਜ ਸਭਾ ਦੇ ਜਾਂਦੇ ਨੇ ਰਾਜੇ, 7 ਮੈਂਬਰਸ। ਠੀਕ ਹੈ, ਆਪਣੇ 7 ਮੈਂਬਰ ਪੰਜਾਬ ਤੋਂ ਰਾਜ ਸਭਾ ਦੇ ਵਿੱਚ ਜਾਂਦੇ ਨੇ। ਠੀਕ ਹੈ, ਇਸੇ ਤਰ੍ਹਾਂ ਡਿਫਰੈਂਟ ਸਟੇਟਸ, ਹਰਿਆਣਾ ਦੇ, ਹਿਮਾਚਲ ਦੇ ਕਿੰਨੇ ਮੈਂਬਰਸ ਨੇ ਜਿਹੜੇ ਰਾਜ ਸਭਾ ਦੇ ਵਿੱਚ ਜਾਂਦੇ ਨੇ। ਇਹ ਸਾਰਾ ਜਿਹੜਾ ਨੰਬਰਸ ਨੇ ਇਹ ਲਿਖਿਆ ਹੋਇਆ ਫੋਰਥ ਸ਼ਡਿਊਲ ਦੇ ਵਿੱਚ। ਠੀਕ ਹੈ, ਹਾਊ ਮੈਨੀ ਸੀਟਸ ਆਰ ਐਲੋਕੇਟਡ ਟੂ ਡਿਫਰੈਂਟ ਸਟੇਟਸ ਇਨ ਰਾਜ ਸਭਾ, ਹਰ ਇੱਕ ਸਟੇਟ ਡਿਫਰੈਂਟ ਸਟੇਟਸ ਨੂੰ ਕਿੰਨੇ ਸੀਟਾਂ ਐਲੋਕੇਟ ਨੇ ਰਾਜ ਸਭਾ ਦੇ ਵਿੱਚ। ਠੀਕ ਹੈ, ਇਹ ਸਾਰਾ ਕੁਝ ਫੋਰਥ ਸ਼ਡਿਊਲ ਦੇ ਵਿੱਚ ਲਿਖਿਆ। ਠੀਕ ਹੈ ਜੀ, ਮੈਂ ਕਿਵੇਂ ਯਾਦ ਰੱਖਣਾ ਇਹਨੂੰ, ਨਮਸਤੇ, ਸਲਾਮ ਅਤੇ ਸਤਿ ਸ਼੍ਰੀ ਅਕਾਲ ਸਟੇਟਸ, ਸੀਟਸ ਕਹਿ ਸਕਦੇ ਆਪਾਂ, ਸੀਟਸ। ਬਾਕੀ ਮੈਂ ਇਸੇ ਦੇ ਬੇਸ 'ਤੇ ਇੱਕ ਟ੍ਰਿਕ ਬਣਾਵਾਂਗਾ 12 ਸ਼ਡਿਊਲ ਦੀ। ਠੀਕ ਹੈ, ਉਹਦੀ ਪਹਿਲਾ ਪਾਰਟ ਇਹੀ ਹੈ, ਨਮਸਤੇ, ਸਲਾਮ ਅਤੇ ਸਤਿ ਸ਼੍ਰੀ ਅਕਾਲ। ਠੀਕ ਹੈ, ਨਮਸਤੇ ਤੋਂ ਬਣ ਗਿਆ ਨੇਮਸ, ਸੈਲਰੀਜ਼ ਤੋਂ ਬਣ ਗਿਆ ਸਲਾਮ, ਓਥ ਤੋਂ ਬਣ ਗਿਆ ਅਤੇ ਸੀਟਸ ਤੋਂ ਬਣ ਗਿਆ ਸਤਿ ਸ਼੍ਰੀ ਅਕਾਲ। ਠੀਕ ਹੈ, ਨਮਸਤੇ, ਸਲਾਮ ਅਤੇ ਸਤਿ ਸ਼੍ਰੀ ਅਕਾਲ, ਇਹ ਮੇਰਾ ਕੁਝ ਇੱਕ ਪੈਟਰਨ ਹੈਗਾ। ਇਸੇ ਤਰ੍ਹਾਂ 12 ਦੇ 12 ਸ਼ਡਿਊਲਸ ਵੀ ਟ੍ਰਿਕਸ ਨਾਲ ਕਰਾਂਗੇ ਆਪਾਂ। ਨਮਸਤੇ, ਸਲਾਮ ਅਤੇ ਸਤਿ ਸ਼੍ਰੀ ਅਕਾਲ। ਚਲੋ, ਦ ਮੈਂਬਰਸ ਆਫ ਸਟੇਟ ਪਬਲਿਕ ਸਰਵਿਸ ਕਮਿਸ਼ਨ, 7th ਕੁਐਸਚਨ ਹੈ ਰਾਜੇ। ਮੈਂਬਰਸ ਆਫ ਸਟੇਟ ਪਬਲਿਕ ਸਰਵਿਸ ਕਮਿਸ਼ਨ, ਆਪਾਂ ਜਿਵੇਂ ਆਪਣੀ PPSC ਹੈ, ਪੰਜਾਬ ਪਬਲਿਕ ਸਰਵਿਸ ਕਮਿਸ਼ਨ। ਠੀਕ ਹੈ, ਉਸੇ ਤਰ੍ਹਾਂ ਹਰ ਸਟੇਟ ਦੀ ਇੱਕ ਪਬਲਿਕ ਸਰਵਿਸ ਕਮਿਸ਼ਨ ਹੁੰਦੀ ਹੈ। ਤਾਂ ਇਹਦੇ ਮੈਂਬਰਸ ਨੇ ਜਿਹੜੇ SPSC ਦੇ ਜਿਹੜੇ ਮੈਂਬਰਸ ਨੇ ਉਹ ਕਿਹਦੇ ਦੁਆਰਾ ਅਪੁਆਇੰਟ ਹੁੰਦੇ ਨੇ ਰਾਜੇ। ਠੀਕ ਹੈ, ਈਜ਼ੀ ਕੁਐਸਚਨ ਹੈਗਾ। ਦੇਖੋ, ਪੰਜਾਬ ਦੀ ਮਤਲਬ ਇੱਕ ਸਟੇਟ ਦੀ ਬੋਡੀ ਹੈਗੀ ਹੈ, ਤਾਂ ਸਟੇਟ ਦਾ ਸਭ ਤੋਂ ਵੱਡਾ ਆਫੀਸ਼ੀਅਲ ਜਿਹੜਾ ਹੈਗਾ ਗਵਰਨਰ ਇਹਨਾਂ ਦੀ ਅਪੁਆਇੰਟਮੈਂਟ ਕਰੂਗਾ। ਠੀਕ ਹੈ, ਆਪਣਾ ਆਨਸਰ ਹੈਗਾ ਰਾਜੇ ਗਵਰਨਰ ਇਹਦਾ। ਕਿ ਜਿਹੜੇ SPSC ਦੇ ਮੈਂਬਰਸ ਨੇ ਸਟੇਟ ਪਬਲਿਕ ਸਰਵਿਸ ਕਮਿਸ਼ਨ ਦੇ, ਉਹਨਾਂ ਨੂੰ ਅਪੁਆਇੰਟਮੈਂਟ ਗਵਰਨਰ ਸਾਹਿਬ ਕਰਨਗੇ ਆਪਣੇ। ਠੀਕ ਹੈ, ਰਾਜਪਾਲ ਸਾਹਿਬ ਕਰਨਗੇ। ਠੀਕ ਹੈ ਜੀ, ਬਟ ਇੱਥੇ ਇੱਕ ਚੀਜ਼ ਧਿਆਨ ਦੇਣ ਵਾਲੀ ਹੈ ਰਾਜੇ, ਅਗਰ ਇਹਨਾਂ ਨੂੰ ਰਿਮੂਵ ਕਰਨਾ ਹੈਗਾ, ਮੰਨ ਲਓ ਚਲੋ ਅਪੁਆਇੰਟਮੈਂਟ ਤਾਂ ਗਵਰਨਰ ਨੇ ਕਰਤੀ, ਠੀਕ ਹੈ, ਅਪੁਆਇੰਟਡ ਬਾਏ, ਬਟ ਜੇ ਰਿਮੂਵ ਕਰਨਾ ਹੋਵੇ ਤਾਂ ਗਵਰਨਰ ਨਹੀਂ ਕਰ ਸਕਦਾ ਰਾਜੇ। ਰਿਮੂਵ ਕੌਣ ਕਰੂਗਾ, ਪ੍ਰੈਜ਼ੀਡੈਂਟ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਔਰ ਬਹੁਤ ਹੀ ਕਨਫਿਊਜ਼ਿੰਗ ਕੁਐਸਚਨ ਹੈ, ਅਕਸਰ ਹੀ ਭੁੱਲ ਜਾਂਦੇ ਆਪਾਂ, ਚਾਹੇ ਜਿੰਨੀ ਮਰਜ਼ੀ ਵਾਰ ਪੜ੍ਹ ਲਈਏ, ਇੱਕ ਵਾਰੀ ਫੇਰ ਆਪਾਂ ਨੂੰ ਕਨਫਿਊਜ਼ਨ ਜ਼ਰੂਰ ਹੁੰਦੀ ਹੈ। ਤਾਂ ਅੱਜ ਤੋਂ ਬਾਅਦ ਨਹੀਂ ਭੁੱਲਣਾ ਹੈਗਾ ਕਿ ਅਗਰ ਪੰਜਾਬ PPSC ਦੇ ਮੈਂਬਰ ਨੂੰ ਰਿਮੂਵ ਕਰਨਾ ਹੈ, ਤੁਸੀਂ ਹੋਰ ਕਿਸੇ ਸਟੇਟ ਨੂੰ ਛੱਡ ਦਿਓ, ਜਸਟ PPSC ਨੂੰ ਮਾਈਂਡ ਦੇ ਵਿੱਚ ਰੱਖੋ। ਠੀਕ ਹੈ, PPSC ਦੇ ਅਗਰ ਮੈਂਬਰ ਨੂੰ ਕਿਸੇ ਨੂੰ ਰਿਮੂਵ ਕਰਨਾ ਹੈ ਤਾਂ ਪ੍ਰੈਜ਼ੀਡੈਂਟ ਰਿਮੂਵ ਕਰਨਗੇ। ਠੀਕ ਹੈ, ਰਾਸ਼ਟਰਪਤੀ ਕਰਨਗੇ, ਕੋਵਿੰਦ ਸਾਹਿਬ ਕਰਨਗੇ। ਠੀਕ ਹੈ, ਕੋਵਿੰਦ ਸਾਹਿਬ ਕਰਨਗੇ ਆਪਣੇ ਰਾਸ਼ਟਰਪਤੀ। ਠੀਕ ਹੈ, ਅਗਰ ਅਪੁਆਇੰਟਮੈਂਟ ਕਰਨੀ ਹੈ ਤਾਂ ਆਪਣੇ ਰਾਜਪਾਲ ਸਾਹਿਬ ਹੀ ਕਰ ਦੇਣਗੇ, ਆਪਣੇ ਗਵਰਨਰ ਹੀ ਕਰ ਦੇਣਗੇ। ਇਹ ਬਹੁਤ ਵੱਡਾ ਡਿਫਰੈਂਸ ਹੈ, ਬਹੁਤ ਵੱਡੀ ਕਨਫਿਊਜ਼ਿੰਗ ਫੈਕਟਰ ਹੈਗਾ। ਠੀਕ ਹੈ, ਅੱਜ ਤੋਂ ਬਾਅਦ ਨਹੀਂ ਭੁੱਲਣਾ, ਅਪੁਆਇੰਟਮੈਂਟ ਕਿਹਨੇ ਕਰਨੀ ਹੈ, ਗਵਰਨਰ ਨੇ, ਰਿਮੂਵ ਕਿਹਨੇ ਕਰਨਾ ਹੈ, ਪ੍ਰੈਜ਼ੀਡੈਂਟ ਨੇ। ਠੀਕ ਹੈ, ਜਿਵੇਂ UPSC ਦੇ ਮੈਂਬਰਸ ਨੇ ਉਸੇ ਤਰ੍ਹਾਂ UPSC ਦੇ ਮੈਂਬਰਸ ਨੂੰ ਵੀ ਪ੍ਰੈਜ਼ੀਡੈਂਟ ਹੀ ਰਿਮੂਵ ਕਰਦੇ ਨੇ। ਠੀਕ ਹੈ, ਉਸੇ ਤਰ੍ਹਾਂ PPSC ਦੇ ਮੈਂਬਰ ਨੂੰ ਵੀ ਪ੍ਰੈਜ਼ੀਡੈਂਟ ਰਿਮੂਵ ਕਰਨਗੇ ਔਰ ਪ੍ਰੋਸੀਜਰ ਵੀ ਸੇਮ ਹੈ ਆਲਮੋਸਟ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਕਰੀਏ ਰਾਜੇ। 8th ਕੁਐਸਚਨ ਹੈ, ਵਿਚ ਆਫ ਦ ਫੋਲੋਇੰਗ ਪਾਵਰਸ ਡਜ਼ ਦ ਪ੍ਰੈਜ਼ੀਡੈਂਟ ਨੋਟ ਹੈਵ ਇਨ ਰਿਲੇਸ਼ਨ ਟੂ ਲੋਕ ਸਭਾ। ਇਹਨਾਂ ਦੇ ਵਿੱਚੋਂ ਰਾਜੇ ਦੇਖੋ, ਆਪਾਂ ਨੂੰ ਪਤਾ ਹੈ ਪ੍ਰੈਜ਼ੀਡੈਂਟ ਇਜ਼ ਐਨ ਇੰਟੀਗਰਲ ਪਾਰਟ ਆਫ ਪਾਰਲੀਮੈਂਟ। ਠੀਕ ਹੈ, ਜੇ ਮੈਂ ਪਾਰਲੀਮੈਂਟ ਦੀ ਗੱਲ ਕਰਾਂ, ਪਾਰਲੀਮੈਂਟ ਦੇ ਵਿੱਚ ਕੌਣ ਆਉਂਦਾ ਰਾਜੇ, ਇੱਕ ਤਾਂ ਆਉਂਦੀ ਹੈ ਲੋਕ ਸਭਾ,
ਇੱਕ ਆਉਂਦੀ ਰਾਜ ਸਭਾ, ਇੱਕ ਆਉਂਦਾ ਆਪਣੇ ਪ੍ਰੈਜ਼ੀਡੈਂਟ। ਇਹ ਤਿੰਨ ਪਾਰਟ ਨੇ ਰਾਜੇ ਪਾਰਲੀਮੈਂਟ ਦੇ, ਠੀਕ ਹੈ। ਤਾਂ ਪ੍ਰੈਜ਼ੀਡੈਂਟ ਇਜ਼ ਐਨ ਇੰਟੀਗਰਲ ਪਾਰਟ, ਮੈਂਬਰ ਨਹੀਂ ਮੈਂ ਕਹਿ ਰਿਹਾ, ਪਾਰਟ ਨੇ ਇਹ, ਠੀਕ ਹੈ। ਮੈਂਬਰ ਇੱਕ ਅਲੱਗ ਚੀਜ਼ ਹੁੰਦੀ ਹੈ। ਮੈਂਬਰ ਕੌਣ ਹੁੰਦੇ ਨੇ? MPs ਹੁੰਦੇ ਨੇ ਮੈਂਬਰਸ ਤਾਂ, ਠੀਕ ਹੈ, ਜਿਵੇਂ ਸਾਡੇ ਭਗਵੰਤ ਮਾਨ ਹੋ ਗਿਆ, ਠੀਕ ਹੈ। ਤਾਂ ਪ੍ਰੈਜ਼ੀਡੈਂਟ ਜਿਹੜਾ ਮੈਂਬਰ ਨਹੀਂ ਹੈਗਾ ਬਟ ਇੱਕ ਪਾਰਟ ਹੈਗਾ, ਪਾਰਟ ਆਫ ਪਾਰਲੀਮੈਂਟ। ਜਿਵੇਂ ਲੋਕ ਸਭਾ ਇੱਕ ਪਾਰਟ ਹੈ, ਰਾਜ ਸਭਾ ਇੱਕ ਪਾਰਟ ਹੈ, ਉਸੇ ਤਰ੍ਹਾਂ ਪ੍ਰੈਜ਼ੀਡੈਂਟ ਵੀ ਇੱਕ ਪਾਰਟ ਹੈ, ਠੀਕ ਹੈ। ਹੁਣ ਕਈ ਫੰਕਸ਼ਨਸ ਨੇਗੇ, ਲੋਕ ਸਭਾ ਦੇ ਵਿੱਚ ਵੀ ਫੰਕਸ਼ਨਸ ਨੇ, ਰਾਜ ਸਭਾ ਦੇ ਵਿੱਚ ਵੀ ਫੰਕਸ਼ਨਸ ਨੇ, ਜਿਹੜੇ ਕਿ ਰਾਸ਼ਟਰਪਤੀ ਨੂੰ ਕਰਨੇ ਪੈਂਦੇ ਨੇ, ਠੀਕ ਹੈ, ਰਾਸ਼ਟਰਪਤੀ ਦੇ ਕੰਮ ਨੇਗੇ। ਅਤੇ ਇਹਨਾਂ ਦੇ ਵਿੱਚ ਪੁੱਛ ਰਿਹਾ ਕਿ ਕਿਹੜਾ ਕੰਮ ਰਾਸ਼ਟਰਪਤੀ ਦਾ ਨਹੀਂ ਹੈਗਾ, ਠੀਕ ਹੈ। ਕੰਮ ਵਿੱਚ ਦ ਫੋਲੋਇੰਗ ਪਾਵਰਸ, ਇਹਨਾਂ ਦੇ ਵਿੱਚੋਂ ਕਿਹੜਾ ਚੀਜ਼ ਹੈ ਜਿਹੜੀ ਪ੍ਰੈਜ਼ੀਡੈਂਟ ਨਹੀਂ ਕਰਦੇ, ਠੀਕ ਹੈ। ਤਾਂ ਸੰਮਨ ਦੀ ਗੱਲ ਕਰਦਾ ਰਾਜੇ, ਸੰਮਨ ਦਾ ਕੀ ਮਤਲਬ ਹੁੰਦਾ ਹੈ? ਬੁਲਾਉਣਾ, ਠੀਕ ਹੈ, ਹਾਊਸ ਨੂੰ ਬੁਲਾਉਣਾ, ਵੀ ਆਓ ਬੈਠੋ ਸਾਰੇ ਕੰਮ ਕਰੋ ਆ ਕੇ, ਠੀਕ ਹੈ। ਜਿਵੇਂ ਸਾਡੇ 3 ਸੈਸ਼ਨਸ ਹੁੰਦੇ ਨੇ, ਬਜਟ ਸੈਸ਼ਨ, ਮੌਨਸੂਨ ਸੈਸ਼ਨ ਅਤੇ ਵਿੰਟਰ ਸੈਸ਼ਨ, BMW। ਇਹ ਸੈਸ਼ਨ ਦੇ ਵਿੱਚ ਜਦੋਂ ਬੁਲਾਉਣਾ ਹੁੰਦਾ ਹੈ ਸਾਰੇ MPs ਨੂੰ, ਤਾਂ ਪ੍ਰੈਜ਼ੀਡੈਂਟ ਸਮਨ ਕਰਦੇ ਨੇ। ਸਮਨ ਜਿਵੇਂ ਆਪਾਂ ਕੋਰਟ ਦੇ ਸਮਨ ਵੀ ਦੇਖਦੇ ਹਾਂ ਨਾ, ਤਾਂ ਉਹਦੇ ਵਿੱਚ ਕੀ ਹੁੰਦਾ? ਬੁਲਾਉਂਦੇ, ਕੋਰਟ ਉਹਨੂੰ ਬੁਲਾ ਰਹੀ ਹੁੰਦੀ ਹੈ, ਇਨਵਾਈਟ ਕਰ ਰਹੀ ਹੁੰਦੀ ਕਿਸੇ ਗੱਲ ਕਰਕੇ। ਉਸੇ ਤਰ੍ਹਾਂ ਪ੍ਰੈਜ਼ੀਡੈਂਟ ਵੀ ਸਮਨ ਕਰਦੇ ਨੇ ਹਾਊਸਿਸ ਨੂੰ ਕਿ ਹਾਂ ਆਓ ਬੈਠੋ ਕੰਮ ਕਰੋ। ਇਹ ਕੰਮ ਤਾਂ ਬਿਲਕੁਲ ਠੀਕ ਹੈ, ਇਹ ਤਾਂ ਹੈਗਾ। ਆਪਾਂ ਨੂੰ ਕੀ ਪੁੱਛਿਆ? ਪਾਵਰ ਕਿਹੜੀ ਨਹੀਂ ਹੈਗੀ, ਇਹਨਾਂ ਦੇ ਵਿੱਚ ਕਿਹੜੀ ਪਾਵਰ ਨਹੀਂ ਹੈਗੀ? ਇਹ ਤਾਂ ਹੈਗੀ ਹੈ, ਸਮਨ ਤਾਂ ਹੈਗੀ ਹੈ। ਪ੍ਰੋਰੋਗੇਸ਼ਨ ਦਾ ਕੀ ਮਤਲਬ ਹੈ ਰਾਜੇ? ਹਾਊਸ ਨੂੰ ਬੰਦ ਕਰਨਾ, ਜਿਵੇਂ ਇੱਥੇ ਬੁਲਾਉਣਾ ਸੀਗਾ ਇੱਥੇ ਬੰਦ ਕਰਨਾ, ਵੀ ਹੁਣ ਜਾਓ ਘਰੇ ਜਾਓ ਆਪਣੇ, ਠੀਕ ਹੈ, ਇਹਨੂੰ ਕਹਿੰਦੇ ਨੇ ਪ੍ਰੋਰੋਗੇਸ਼ਨ। ਤਾਂ ਇਹ ਵੀ ਪ੍ਰੈਜ਼ੀਡੈਂਟ ਹੀ ਕਰਦੇ ਨੇ, ਇਹ ਵੀ ਪਾਵਰ ਹੈਗੀ ਹੈ। ਡਿਸੋਲੂਸ਼ਨ ਰਾਜੇ, ਲੋਕ ਸਭਾ ਡਿਜ਼ੋਲਵ ਵੀ ਪ੍ਰੈਜ਼ੀਡੈਂਟ ਹੀ ਕਰਦੇ ਨੇ, ਤਾਂ ਇਹ ਵੀ ਹੈਗੀ ਹੈ। ਬਟ ਜਿਹੜਾ B ਆਪਸ਼ਨ ਹੈ ਰਾਜੇ, ਐਡਜਰਨਮੈਂਟ ਸੀਨੇ ਡੇ ਹੈ, ਇਹ ਰਾਜੇ ਪਾਵਰ ਹੈਗੀ ਹੈ ਸਪੀਕਰ ਦੀ। ਇਹ ਸਪੀਕਰ ਦੀ ਪਾਵਰ ਰਾਜੇ, ਇਹ ਪ੍ਰੈਜ਼ੀਡੈਂਟ ਦੀ ਪਾਵਰ ਨਹੀਂ ਹੈਗੀ, ਠੀਕ ਹੈ। ਤਾਂ ਆਪਣਾ ਆਨਸਰ ਆਏਗਾ ਰਾਜੇ B, ਕਿ ਜੇ ਐਡਜਰਨਮੈਂਟ ਕਰਨੀ ਉਹ ਵੀ, ਐਡਜਰਨਮੈਂਟ ਸੀਨੇ ਕਰਨੀ ਹੈ ਉਹ ਵੀ ਸਪੀਕਰ ਹੀ ਕਰੂਗਾ, ਪ੍ਰੀਜ਼ਾਈਡਿੰਗ ਆਫਿਸਰ ਕਰੂਗਾ ਉਸ ਹਾਊਸ ਦਾ, ਠੀਕ ਹੈ। ਹੁਣ ਲੋਕ ਸਭਾ ਦੀ ਗੱਲ ਹੋ ਰਹੀ ਤਾਂ ਲੋਕ ਸਭਾ ਦਾ ਪ੍ਰੀਜ਼ਾਈਡਿੰਗ ਆਫਿਸਰ ਕਿਹੜਾ ਹੁੰਦਾ ਰਾਜੇ? ਸਪੀਕਰ ਹੁੰਦਾ ਹੈ। ਜੇ ਰਾਜ ਸਭਾ ਦਾ ਹੁੰਦਾ ਫਿਰ ਕੌਣ ਹੁੰਦਾ ਰਾਜੇ? ਫਿਰ ਹੁੰਦਾ ਚੇਅਰਮੈਨ ਆਪਣਾ, ਠੀਕ ਹੈ, ਜਾਂ ਫਿਰ ਵਾਈਸ ਪ੍ਰੈਜ਼ੀਡੈਂਟ, ਠੀਕ ਹੈ ਜੀ। ਤਾਂ ਇਹਨਾਂ ਚਾਰਾਂ ਦੇ ਵਿੱਚੋਂ ਰਾਜੇ ਸਿਰਫ ਐਡਜਰਨਮੈਂਟ ਸੀਨੇ ਹੈ ਜਿਹੜਾ ਕਿ ਸਪੀਕਰ ਦੀ ਪਾਵਰ ਹੈ, ਪ੍ਰੈਜ਼ੀਡੈਂਟ ਦੀ ਨਹੀਂ ਹੈਗੀ। ਤਾਂ ਆਪਣਾ ਆਨਸਰ ਬਿਲਕੁਲ B ਆਏਗਾ, ਠੀਕ ਹੈ। ਬਾਕੀ ਤਿੰਨੇ ਸਮਨ, ਪ੍ਰੋਰੋਗ ਅਤੇ ਡਿਸੋਲੂਸ਼ਨ ਇਜ਼ ਅ ਪਾਵਰ ਆਫ ਪ੍ਰੈਜ਼ੀਡੈਂਟ, ਰਾਸ਼ਟਰਪਤੀ ਦੀ ਹੀ ਪਾਵਰਸ ਨੇ ਬਾਕੀ ਤਿੰਨੋਂ, ACD, ਠੀਕ ਹੈ। B ਵਾਲੀ ਪਾਵਰ ਸਪੀਕਰ ਦੀ ਹੈ। ਚਲੋ ਜੀ, ਇਨ ਵਿਚ ਦ ਫੋਲੋਇੰਗ ਪ੍ਰੋਵੀਜ਼ਨਸ ਆਫ ਕਨਸਟੀਟਿਊਸ਼ਨ ਇਜ਼ ਦ ਪ੍ਰਿੰਸੀਪਲ ਆਫ ਕਲੈਕਟਿਵ ਰਿਸਪੋਂਸਿਬਿਲਿਟੀ ਆਫ ਕਾਊਂਸਲ ਆਫ ਮਿਨਿਸਟਰ ਐਨਸ਼ਰਾਈਨਡ। ਕਲੈਕਟਿਵ ਰਿਸਪੋਂਸਿਬਿਲਿਟੀ ਜੀ ਬਹੁਤ ਇੰਪੋਰਟੈਂਟ ਫਰੇਜ਼ ਹੈਗਾ, ਠੀਕ ਹੈ। ਆਪਣਾ ਸਾਰਾ ਦਾ ਸਾਰਾ ਪਾਰਲੀਮੈਂਟਰੀ ਸਿਸਟਮ ਹੈ ਜਿਹੜਾ, ਉਹ ਇਸੇ ਫਰੇਜ਼ ਦੇ ਉੱਪਰ ਡਿਪੈਂਡੈਂਟ ਹੈਗਾ, ਠੀਕ ਹੈ। ਆਪਣੇ ਦੇਸ਼ ਦੇ ਵਿੱਚ ਸੰਸਦ ਹੈਗੀ ਹੈ, ਪਾਰਲੀਮੈਂਟ ਹੈਗੀ ਹੈ, ਠੀਕ ਹੈ, ਸਰਕਾਰ ਬਣਦੀ ਹੈ ਉਹਦੇ ਵਿੱਚੋਂ, ਜਿਹਦੇ ਕੋਲ ਜ਼ਿਆਦਾ ਨੰਬਰ ਹੋਏ, ਜਿਹਦੇ ਕੋਲ ਜ਼ਿਆਦਾ ਸੀਟਾਂ ਹੋਈਆਂ ਉਹਦੀ ਸਰਕਾਰ ਬਣਦੀ ਹੈ। ਤਾਂ ਇਹ ਸਾਰਾ ਕੁਛ ਰਾਜੇ ਡਿਪੈਂਡ ਕਰਦਾ ਹੈ ਇਸੇ ਫਰੇਜ਼ ਦੇ ਉੱਪਰ, ਠੀਕ ਹੈ, ਇਸੇ ਫਰੇਜ਼ ਦੇ ਉੱਪਰ, ਕਲੈਕਟਿਵ ਰਿਸਪੋਂਸਿਬਿਲਿਟੀ, ਠੀਕ ਹੈ। ਬਹੁਤ ਇੰਪੋਰਟੈਂਟ ਫਰੇਜ਼ ਹੈ। ਅਤੇ ਇਹੀ ਪੁੱਛ ਰਿਹਾ ਵੀ ਕਿਹੜੇ ਸੰਵਿਧਾਨ ਦੇ ਕਿਸ ਆਰਟੀਕਲ ਦੇ ਵਿੱਚ ਇਹ ਫਰੇਜ਼ ਲਿਖਿਆ ਹੋਇਆ ਹੈਗਾ, ਠੀਕ ਹੈ, ਸਿੰਪਲੀ। ਤਾਂ ਇਹਦਾ ਆਨਸਰ ਆਏਗਾ ਰਾਜੇ ਆਰਟੀਕਲ 75, ਠੀਕ ਹੈ। ਬਿਲਕੁਲ ਬਹੁਤ ਇੰਪੋਰਟੈਂਟ ਕੁਐਸਚਨ ਹੈ ਔਰ ਬਹੁਤ ਈਜ਼ੀ ਕੁਐਸਚਨ ਅਗਰ ਤੁਸੀਂ ਪੜ੍ਹਿਆ ਹੋਇਆ ਹੈਗਾ, ਠੀਕ ਹੈ। ਤਾਂ ਅੱਜ ਤੋਂ ਬਾਅਦ ਯਾਦ ਰੱਖਣਾ ਰਾਜੇ, ਦੇਖੋ 75 ਨੰਬਰ ਯਾਦ ਕਰਨਾ ਵੀ ਸੌਖਾ ਹੀ ਹੈ, ਠੀਕ ਹੈ, ਮਤਲਬ ਇੱਕ ਵਧੀਆ ਨੰਬਰ ਹੈਗਾ, 25 ਦਾ ਮਲਟੀਪਲ ਹੈਗਾ, ਤਾਂ ਯਾਦ ਕਰਨਾ ਸੌਖਾ ਹੈਗਾ। ਅਤੇ ਕਲੈਕਟਿਵ ਰਿਸਪੋਂਸਿਬਿਲਿਟੀ ਦੀ ਆਪਾਂ ਗੱਲ ਕਰਾਂਗੇ, ਕਲੈਕਟਿਵ, ਠੀਕ ਹੈ। ਇਹ ਕਿਹਦੇ ਵਿੱਚ ਆਊਗਾ ਰਾਜੇ? ਆਰਟੀਕਲ 75 ਦੇ ਵਿੱਚ। ਆਪਾਂ ਵਿਦ ਟਾਈਮ ਪੜ੍ਹਾਂਗੇ ਅਗਰ ਤੁਸੀਂ ਮੇਰੇ ਨਾਲ ਕੰਟੀਨਿਊ ਕਰੋਗੇ, ਅਤੇ ਕੀ ਕਲੈਕਟਿਵ ਰਿਸਪੋਂਸਿਬਿਲਿਟੀ ਕੀ ਹੁੰਦੀ ਹੈ, ਪਾਰਲੀਮੈਂਟ ਵਰਸਿਸ ਪ੍ਰੈਜ਼ੀਡੈਂਸ਼ੀਅਲ ਸਿਸਟਮ ਕੀ ਹੁੰਦਾ ਹੈ ਨਾ, ਇਹ ਸਾਰਾ ਕੁਛ ਆਪਾਂ ਪੜ੍ਹਦੇ ਹੁੰਦੇ ਹਾਂ ਪੋਲਿਟੀ ਦੇ ਵਿੱਚ। ਪਾਰਲੀਮੈਂਟ ਵਰਸਿਸ ਪ੍ਰੈਜ਼ੀਡੈਂਸ਼ੀਅਲ ਸਿਸਟਮ, ਜਿਵੇਂ ਆਪਣੇ ਦੇਸ਼ ਦੇ ਵਿੱਚ ਦਾ ਪਾਰਲੀਮੈਂਟ ਸਿਸਟਮ ਹੈ ਇੰਡੀਆ ਦੇ ਵਿੱਚ, ਠੀਕ ਹੈ। USA ਦੇ ਵਿੱਚ ਕੀ ਹੈ ਰਾਜੇ? ਇੱਕ ਪ੍ਰੈਜ਼ੀਡੈਂਸ਼ੀਅਲ ਸਿਸਟਮ ਹੈਗਾ, ਠੀਕ ਹੈ। ਤਾਂ ਇਹਨਾਂ ਵਿੱਚ ਕੀ ਡਿਫਰੈਂਸ ਹੈ ਬੇਸਿਕਲੀ, ਇਹ ਸਾਰਾ ਕੁਛ ਵੀ ਅਸੀਂ ਪੜ੍ਹਦੇ ਹੁੰਦੇ ਹਾਂ, ਠੀਕ ਹੈ। ਹਾਂਜੀ, ਤਾਂ ਆਪਣਾ ਆਨਸਰ ਇਹਦਾ ਹੈਗਾ ਰਾਜੇ ਆਰਟੀਕਲ 75। ਆਰਟੀਕਲ 74 ਦੇ ਵਿੱਚ ਸਿੰਪਲੀ ਕੀ ਹੈ ਰਾਜੇ? ਮਤਲਬ ਵੀ ਕਾਊਂਸਲ ਆਫ ਮਿਨਿਸਟਰ ਦੀ ਐਡਵਾਈਸ ਨਾਲ ਹੀ, ਕਾਊਂਸਲ ਆਫ ਮਿਨਿਸਟਰ ਯਾਨੀ ਕਾਊਂਸਲ ਮਿਨਿਸਟਰ ਕੀ ਹੈ ਰਾਜੇ? ਮੰਤਰੀ ਮੰਡਲ, ਸਾਰਾ ਦਾ ਸਾਰਾ ਮੰਤਰੀ ਮੰਡਲ, ਇਹਨਾਂ ਦੀ ਐਡਵਾਈਸ ਨਾਲ ਹੀ ਜਿਹੜਾ ਕੀ ਹੈ ਆਪਣਾ ਪ੍ਰੈਜ਼ੀਡੈਂਟ ਕੰਮ ਕਰਦੇ ਨੇ, ਠੀਕ ਹੈ। ਇਹ ਆਰਟੀਕਲ 74 ਦੇ ਵਿੱਚ ਹੈ। ਆਰਟੀਕਲ 77 ਦੇ ਵਿੱਚ ਕੀ ਹੈ ਰਾਜੇ? ਮਿਨਿਸਟਰੀਜ਼, ਵੀ ਕਿਹੜੇ ਮਿਨਿਸਟਰ ਨੂੰ ਕਿਵੇਂ ਮਿਨਿਸਟਰੀ ਐਲੋਕੇਟ ਕਰਨੀ ਹੈ, ਮਿਨਿਸਟਰੀ ਦਾ ਕਿਸੇ ਦਾ ਨਾਮ ਚੇਂਜ ਕਰਨਾ ਹੈ। ਜਿਵੇਂ ਆਪਾਂ ਗੱਲ ਕਰਦੇ ਹਾਂ HRD ਤੋਂ ਅਸੀਂ ਐਜੂਕੇਸ਼ਨ ਮਿਨਿਸਟਰੀ ਬਣਾਤਾ ਹੈ ਨਾ, ਇਹ ਜਾਂ ਕੁਛ, ਤਾਂ ਇਹ ਸਾਰਾ ਕੁਛ ਆ ਜਾਂਦਾ ਇਹਦੇ ਵਿੱਚ, ਠੀਕ ਹੈ। ਆਰਟੀਕਲ 78 ਦੇ ਵਿੱਚ ਰਾਜੇ ਕਮਿਊਨੀਕੇਸ਼ਨ ਆ ਜਾਂਦੀ ਹੈ, ਠੀਕ ਹੈ, ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ, ਬਟ ਤੁਸੀਂ ਆਹ ਤਿੰਨੋਂ ਦੇਖ ਲਓ, ਇਹ ਵੀ ਕੋਈ ਇੰਨਾ ਖਾਸ ਇੰਪੋਰਟੈਂਟ ਨਹੀਂ, ਆਹ ਦੋਨੋਂ ਬਹੁਤ ਇੰਪੋਰਟੈਂਟ ਨੇ, ਆਰਟੀਕਲ 75 ਅਤੇ ਆਰਟੀਕਲ 74। ਆਰਟੀਕਲ 75 ਦੇ ਵਿੱਚ ਕੀ ਹੈ? ਕਲੈਕਟਿਵ ਰਿਸਪੋਂਸਿਬਿਲਿਟੀ। 74 ਦੇ ਵਿੱਚ ਕੀ ਹੈ ਕਿ ਪ੍ਰੈਜ਼ੀਡੈਂਟ ਜੋ ਵੀ ਕੰਮ ਕਰਦਾ, ਆਪਾਂ ਨੂੰ ਪਤਾ ਆਪਣਾ ਪ੍ਰੈਜ਼ੀਡੈਂਟ ਇੱਕ ਰਬਰ ਸਟੈਂਪ ਹੈਗਾ, ਵੀ ਜੋ ਵੀ ਉਹਨੂੰ ਸਰਕਾਰ ਕਹਿੰਦੀ ਹੈ, ਮੋਦੀ ਸਾਹਿਬ ਕਹਿੰਦੇ ਨੇ, ਪ੍ਰੈਜ਼ੀਡੈਂਟ ਉਹੀ ਕਰਦੇ ਨੇ, ਠੀਕ ਹੈ। ਤਾਂ ਇਹ ਚੀਜ਼ ਜਿਹੜੀ ਹੈਗੀ ਹੈ, ਇਹ ਆਰਟੀਕਲ 74 ਦੇ ਵਿੱਚ ਲਿਖੀ ਹੋਈ ਹੈ, ਵੀ ਪ੍ਰੈਜ਼ੀਡੈਂਟ ਖੁਦ ਕੁਝ ਨਹੀਂ ਕਰਨਾ, ਪ੍ਰੈਜ਼ੀਡੈਂਟ ਨੇ ਜੋ ਵੀ ਕਰਨਾ ਹੈ ਕਾਊਂਸਲ ਆਫ ਮਿਨਿਸਟਰ ਜਾਂ ਫਿਰ ਕਹਿ ਸਕਦੇ ਆਪਾਂ PM ਦੀ ਐਡਵਾਈਸ ਦੇ ਨਾਲ ਕਰਨਾ ਹੈ, ਠੀਕ ਹੈ। ਇਹ ਚੀਜ਼ ਕਰਦਾ ਵੀ ਮੰਤਰੀ ਮੰਡਲ ਦੀ ਐਡਵਾਈਸ ਨਾਲ ਕਰਨਾ ਹੈ, ਖੁਦ ਪ੍ਰੈਜ਼ੀਡੈਂਟ ਨੇ ਕੋਈ ਵੀ ਡਿਸੀਜਨ ਖੁਦ ਨਹੀਂ ਲੈਣਾ ਹੈਗਾ। ਤਾਂ ਇਹ ਆਰਟੀਕਲ 74 ਦੇ ਵਿੱਚ ਲਿਖਿਆ, ਦੋਨੋਂ ਆਰਟੀਕਲ ਬਹੁਤ ਇੰਪੋਰਟੈਂਟ ਨੇ, 74 75। ਚਲੋ, ਵਿਚ ਵਨ ਆਫ ਦ ਫੋਲੋਇੰਗ ਇਜ਼ ਆਰ ਦ ਫੀਚਰਸ ਆਫ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ, ਠੀਕ ਹੈ। ਹੁਣੀ ਆਪਾਂ ਪੜ੍ਹਿਆ ਰਾਜੇ ਪਾਰਲੀਮੈਂਟਰੀ ਗਵਰਨਮੈਂਟ, ਕਿ ਆਪਣੇ ਦੇਸ਼ ਦੇ ਵਿੱਚ ਜਿਹੜੀ ਕੀ ਹੈ ਪਾਰਲੀਮੈਂਟਰੀ ਗਵਰਨਮੈਂਟ ਹੈ, ਅਤੇ ਸਾਰੀ ਦੀ ਸਾਰੀ ਪਾਰਲੀਮੈਂਟਰੀ ਗਵਰਨਮੈਂਟ
ਇਸੇ ਫਰੇਜ਼ ਦੇ ਉੱਪਰ ਡਿਪੈਂਡੈਂਟ ਹੈ, ਕਲੈਕਟਿਵ ਰਿਸਪੋਂਸਿਬਿਲਿਟੀ। ਠੀਕ ਹੈ, ਕੀ ਮਤਲਬ ਹੈ? ਸਿੰਪਲ ਜੀ ਗੱਲ ਹੈ ਵੀ ਜਿਵੇਂ ਆਪਣੇ ਹੁਣ ਸਰਕਾਰ ਹੈ, ਗਵਰਨਮੈਂਟ ਹੈ, ਠੀਕ ਹੈ, ਮੋਦੀ ਸਾਹਿਬ ਨੇ, ਤਾਂ ਮੋਦੀ ਸਾਹਿਬ ਸਰਕਾਰ ਦੇ ਮੈਂਬਰ ਤਾਂ ਹੈ ਹੀ ਗਏ ਨੇ, PM ਤਾਂ ਹੈ ਹੀ ਗਏ ਨੇ, ਨਾਲ ਦੀ ਨਾਲ ਲੋਕ ਸਭਾ ਦੇ ਮੈਂਬਰ ਵੀ ਨੇਗੇ, ਲੈਜਿਸਲੇਚਰ ਦੇ ਮੈਂਬਰ ਵੀ ਨੇਗੇ। ਜਿਹੜਾ ਐਗਜ਼ੀਕਿਊਟਿਵ ਹੈ ਉਹ ਲੈਜਿਸਲੇਟਿਵ ਦਾ ਵੀ ਪਾਰਟ ਹੈ। ਠੀਕ ਹੈ, ਤਾਂ ਆਪਾਂ ਕੀ ਕਹਿੰਦੇ ਹਾਂ, ਐਗਜ਼ੀਕਿਊਟਿਵ ਫਾਰਮਸ ਅ ਪਾਰਟ ਆਫ ਲੈਜਿਸਲੇਚਰ ਆਲਸੋ, ਜਾਂ ਫਿਰ ਐਗਜ਼ੀਕਿਊਟਿਵ ਕਮਸ ਫਰੋਮ ਲੈਜਿਸਲੇਚਰ ਓਨਲੀ। ਠੀਕ ਹੈ, ਜਿਹੜਾ ਐਗਜ਼ੀਕਿਊਟਿਵ ਹੈ, ਸਰਕਾਰ ਹੈ, ਉਹ ਲੈਜਿਸਲੇਚਰ ਦੇ ਵਿੱਚੋਂ ਹੀ ਆਉਂਦੀ ਹੈ। ਠੀਕ ਹੈ, ਇਹ ਇੱਕ ਵੱਡਾ ਫੈਕਟਰ ਹੈਗਾ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਦਾ, ਕਿ ਦੋਨੇ ਇੰਟਰਲਿੰਕਡ ਨੇਗੇ, ਐਗਜ਼ੀਕਿਊਟਿਵ ਤੇ ਜਿਹੜੇ ਲੈਜਿਸਲੇਟਿਵ ਹੈ ਦੋਨੇ ਇੰਟਰਲਿੰਕਡ ਨੇਗੇ। ਠੀਕ ਹੈ, ਆ ਜਿਹੜਾ ਓਵਰਲੈਪ ਹੈ ਇਹ ਓਵਰਲੈਪ ਹੁੰਦਾ ਹਮੇਸ਼ਾ ਐਗਜ਼ੀਕਿਊਟਿਵ ਤੇ ਲੈਜਿਸਲੇਟਿਵ ਦਾ। ਠੀਕ ਹੈ, ਇਹਨੂੰ ਆਪਾਂ ਓਵਰਲੈਪ ਕਹਿੰਦੇ ਹਾਂ, ਓਵਰਲੈਪ ਆਫ ਪਾਵਰਸ। ਠੀਕ ਹੈ, ਚਲੋ ਹੁਣ ਜਿਹੜੀ ਪ੍ਰੈਜ਼ੀਡੈਂਸ਼ੀਅਲ ਸਿਸਟਮ ਦੇ ਵਿੱਚ ਗੱਲ ਆ ਰਾਜੇ, ਇਹ ਬਿਲਕੁਲ ਓਪੋਜ਼ਿਟ ਹੁੰਦਾ ਜਿਵੇਂ ਕਿ USA ਦੇ ਵਿੱਚ ਹੈ। ਠੀਕ ਹੈ, ਹੁਣ ਲਾਸਟ ਸਲਾਈਡ ਦੇ ਵਿੱਚ ਮੈਂ ਤੁਹਾਨੂੰ ਕੀ ਸਮਝਾਇਆਗਾ ਕਿ ਓਵਰਲੈਪ ਹੈ ਐਗਜ਼ੀਕਿਊਟਿਵ ਤੇ ਲੈਜਿਸਲੇਚਰ ਦਾ। ਠੀਕ ਹੈ, ਯਾਨੀ ਕਿ ਜਿਹੜਾ ਐਗਜ਼ੀਕਿਊਟਿਵ ਹੈ ਉਹ ਲੈਜਿਸਲੇਚਰ ਦੇ ਵਿੱਚੋਂ ਹੀ ਆਉਂਦਾ ਹੈ। ਕੀ ਮਤਲਬ ਹੈ ਵੀ ਮੋਦੀ ਸਾਹਿਬ ਨੇ ਜਿਹੜੇ ਜਾਂ ਹੋਰ ਮੰਤਰੀ ਨੇਗੇ ਤਾਂ ਉਹ ਲੈਜਿਸਲੇਚਰ ਦੇ ਵਿੱਚੋਂ ਹੀ ਆਉਣਗੇ, ਉਹ ਇੱਕ ਵਾਰੀ ਪਹਿਲਾਂ MP ਬਣਨਗੇ ਫਿਰ ਹੀ ਮੰਤਰੀ ਬਣ ਸਕਦੇ ਨੇ। ਠੀਕ ਹੈ, ਤਾਂ ਇਹਨੂੰ ਆਪਾਂ ਕਹਿੰਦੇ ਹਾਂ ਓਵਰਲੈਪ। ਬਟ ਅਮਰੀਕਾ ਦੇ ਵਿੱਚ ਕੀ ਹੈ, ਜੋ ਰਾਜੇ ਸੈਕਟਰੀਜ਼ ਨੇਗੇ, ਠੀਕ ਹੈ, ਪ੍ਰੈਜ਼ੀਡੈਂਸ਼ੀਅਲ ਹੈਗਾ, ਪ੍ਰੈਜ਼ੀਡੈਂਟ ਹੈ, ਪ੍ਰੈਜ਼ੀਡੈਂਟ ਕੀ ਹੈ, ਐਗਜ਼ੀਕਿਊਟਿਵ ਹੈ, ਇਹ ਕੰਪਲੀਟਲੀ ਅਲੱਗ ਹੁੰਦਾ ਰਾਜੇ ਲੈਜਿਸਲੇਚਰ ਤੋਂ, ਕੰਪਲੀਟਲੀ ਅਲੱਗ ਹੁੰਦਾ ਲੈਜਿਸਲੇਚਰ ਤੋਂ। ਕੀ ਹੈ ਉਹਨਾਂ ਦੀ ਲੈਜਿਸਲੇਚਰ, ਕੌਣ ਹੈ ਰਾਜੇ? ਕਾਂਗਰਸ, ਜਾਂ ਫਿਰ ਜਿਵੇਂ ਆਪਾਂ ਕਹਿੰਦੇ ਹਾਂ ਹਾਊਸ ਆਫ ਰਿਪਰੈਜ਼ੈਂਟੇਟਿਵ ਪਲੱਸ ਸੈਨੇਟ। ਜਿਹੜੀ ਉਹਨਾਂ ਦੀ ਸੰਸਦ ਹੈ, ਪਾਰਲੀਮੈਂਟ ਹੈ, ਜਿਹਨੂੰ ਅਸੀਂ ਕਾਂਗਰਸ ਕਹਿ ਦਿੰਦੇ ਹਾਂ। ਜਿਵੇਂ ਅਸੀਂ ਆਪਣੀ ਪਾਰਲੀਮੈਂਟ ਨੂੰ ਕੀ ਕਹਿੰਦੇ ਰਾਜੇ? ਸੰਸਦ ਕਹਿੰਦੇ ਹਾਂ, ਜਾਂ ਫਿਰ ਪਾਰਲੀਮੈਂਟ ਹੀ ਕਹਿ ਦਿੰਦੇ ਹਾਂ। ਜਿਹੜੀ ਅਮਰੀਕਾ ਦੇ ਵਿੱਚ ਪਾਰਲੀਮੈਂਟ ਹੈ ਉਹਦਾ ਨਾਮ ਕੀ ਹੈ ਰਾਜੇ? ਉਹਦਾ ਨਾਮ ਹੀ ਕਾਂਗਰਸ ਹੀ ਨਾਮ ਹੈ ਉਹਦਾ। ਠੀਕ ਹੈ, ਆਪਣੀ ਕਾਂਗਰਸ ਪਾਰਟੀ ਦਾ ਨਾਮ ਵੀ ਇਸੇ ਕਾਂਗਰਸ ਤੋਂ ਪਿਆ ਹੈਗਾ, ਕਿ ਜਿਹੜੀ ਉਹਨਾਂ ਦੀ ਸੰਸਦ ਦਾ ਨਾਮ ਸੀਗਾ। ਠੀਕ ਹੈ, ਤਾਂ ਪਾਰਲੀਮੈਂਟ ਕਾਂਗਰਸ ਇੱਕੋ ਚੀਜ਼ ਹੈਗੀ। ਅਤੇ ਆਪਾਂ ਗੱਲ ਕਰ ਰਹੇ ਹਾਂ ਰਾਜੇ ਕਿ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਅਤੇ ਲੈਜਿਸਲੇਚਰ, ਯਾਨੀ ਕਿ ਐਗਜ਼ੀਕਿਊਟਿਵ ਅਤੇ ਲੈਜਿਸਲੇਚਰ ਬਿਲਕੁਲ ਹੀ ਸੈਪਰੇਟ ਨੇ। ਪਹਿਲਾਂ ਆਪਣੇ ਦੇਸ਼ ਦੇ ਵਿੱਚ ਕੀ ਹੈ, ਓਵਰਲੈਪ ਹੈਗਾ, ਐਗਜ਼ੀਕਿਊਟਿਵ ਅਤੇ ਲੈਜਿਸਲੇਚਰ ਦੋਨੇ ਇੱਕੋ ਪਾਰਟ, ਮਤਲਬ ਆਪਣੇ ਆਪ ਦੇ ਵਿੱਚ ਇੰਟਰਲਿੰਕਡ ਨੇਗੇ, ਓਵਰਲੈਪ ਕਰਦੇ ਨੇ। ਬਟ ਇੱਥੇ ਬਿਲਕੁਲ ਹੀ ਸੈਪਰੇਟ ਨੇਗੇ। ਠੀਕ ਹੈ, ਤਾਂ ਸੈਪਰੇਸ਼ਨ ਆਫ ਪਾਵਰ ਦੀ ਗੱਲ ਕਰਦੇ ਹਾਂ ਆਪਾਂ। ਠੀਕ ਹੈ, ਤਾਂ ਇਹੀ ਕੁਐਸਚਨ ਦੇ ਵਿੱਚ ਪੁੱਛ ਰਿਹਾ, ਵਿਚ ਆਨ ਦ ਫੋਲੋਇੰਗ ਫੀਚਰਸ ਇਜ਼ ਆਫ ਅ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ। ਤਾਂ ਸਭ ਤੋਂ ਇੰਪੋਰਟੈਂਟ ਫੀਚਰ ਹੈ ਜੀ ਸੈਪਰੇਸ਼ਨ ਆਫ ਪਾਵਰ ਹੀ ਹੈਗਾ। ਠੀਕ ਹੈ, ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਪਾਰਲੀਮੈਂਟਰੀ ਗਵਰਨਮੈਂਟ ਦੇ ਵਿੱਚ ਕਲੈਕਟਿਵ ਰਿਸਪੋਂਸਿਬਿਲਿਟੀ ਸਭ ਤੋਂ ਇੰਪੋਰਟੈਂਟ ਫੇਜ਼ ਹੈਗਾ, ਉਸੇ ਤਰ੍ਹਾਂ ਪ੍ਰੈਜ਼ੀਡੈਂਸ਼ੀਅਲ ਸਿਸਟਮ ਦੇ ਵਿੱਚ ਜਿਹੜਾ ਕਿ ਅਮਰੀਕਾ ਦੇ ਵਿੱਚ ਹੈ, ਸੈਪਰੇਸ਼ਨ ਆਫ ਪਾਵਰ ਇੱਕ ਸਭ ਤੋਂ ਇੰਪੋਰਟੈਂਟ ਫਰੇਜ਼ ਹੈਗਾ। ਠੀਕ ਹੈ ਜੀ, ਤਾਂ ਇਹ ਇੰਪੋਰਟੈਂਟ ਹੈ, ਪਲੀਜ਼ ਧਿਆਨ ਨਾਲ ਪੜ੍ਹਨਾ ਹੈਗਾ। ਅਗਰ ਥੋੜ੍ਹੀ ਜਿਹੀ ਕਨਫਿਊਜ਼ਨ ਹੈਗੀ ਹੈ ਤਾਂ ਦੁਬਾਰਾ ਵੀਡੀਓ ਨੂੰ ਪਲੇ ਕਰੋ। ਠੀਕ ਹੈ, ਬਹੁਤ ਇੰਪੋਰਟੈਂਟ ਚੀਜ਼ਾਂ ਨੇਗੀਆਂ। ਰਾਜੇ ਤੁਹਾਡੇ ਵਾਸਤੇ ਕਰੀਅਰ ਜਿਹੜਾ ਹੈਗਾ ਡਿਫਰੈਂਟ ਬੈਚਿਸ ਲੈ ਕੇ ਆ ਰਿਹਾ ਰਾਜੇ। ਨਵੇਂ ਬੈਚ ਸਟਾਰਟ ਹੋਣ ਵਾਲੇ ਨੇ, ਕੁਝ ਬੈਚਿਸ ਚੱਲ ਵੀ ਰਹੇ ਨੇਗੇ। ਠੀਕ ਹੈ, ਪੰਜਾਬ ਪੁਲਿਸ ਕਾਂਸਟੇਬਲ ਦੇ ਜਿਹੜਾ ਬੈਚ ਹੈ ਰਾਜੇ ਬਹੁਤ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ। ਇੱਕ ਬੈਚ ਨਵਾਂ ਸਟਾਰਟ ਵੀ ਹੋਣ ਵਾਲਾ ਹੈਗਾ, ਇੱਕ ਬੈਚ ਆਲਰੇਡੀ ਚੱਲ ਰਿਹਾ ਹੈਗਾ। ਠੀਕ ਹੈ ਜੀ, ਅਤੇ ਤੁਸੀਂ ਰਾਜੇ ਅਗਰ ਤੁਹਾਨੂੰ ਲੱਗਦਾ ਵੀ ਤੁਹਾਨੂੰ ਕਿਤੇ ਨਾ ਕਿਤੇ ਕਮੀ ਹੈਗੀ ਤੁਹਾਡੀ ਤਿਆਰੀ ਦੇ ਵਿੱਚ, ਤਾਂ ਤੁਸੀਂ ਪਲੀਜ਼ ਦੇਰ ਨਾ ਕਰੋ, ਆਲਸ ਨਾ ਕਰੋ। ਕਿਤੋਂ ਵੀ ਤੁਸੀਂ ਹੈਲਪ ਲੈਣੀ ਹੈ, ਗਾਈਡੈਂਸ ਲੈਣੀ ਹੈ, ਕੋਈ ਵੀ ਆਪਣੇ ਸੀਨੀਅਰਸ ਤੋਂ, ਕਿਸੇ ਕੋਚਿੰਗ ਸੈਂਟਰ ਤੋਂ, ਸਾਡੇ ਤੋਂ, ਕਿਤੋਂ ਵੀ ਤੁਸੀਂ ਹੈਲਪ ਲੈਣੀ ਹੈ, ਤਾਂ ਪਰਹੇਜ਼ ਨਾ ਕਰੋ। ਜਲਦੀ ਹੀ ਆਪਣੇ ਕੀ ਹੈ ਐਗਜ਼ਾਮ ਦੀ ਤਿਆਰੀ ਕਰੋ, ਅਤੇ 4 ਚੰਨ ਲਗਾਓ ਆਪਣੀ ਤਿਆਰੀ ਨੂੰ, ਅਤੇ ਜਲਦੀ ਤੋਂ ਜਲਦੀ ਜੋਬ ਸਿਕਿਉਰ ਕਰੋ। ਠੀਕ ਹੈ ਜੀ, ਕੋਈ ਵੀ ਹੈਲਪ ਰਾਜੇ ਅਗਰ ਕਰੀਅਰ ਤੋਂ ਤੁਸੀਂ ਐਕਸਪੈਕਟ ਕਰ ਰਹੇ ਹੋ ਤਾਂ ਤੁਸੀਂ ਇਸ ਨੰਬਰ 'ਤੇ ਹਮੇਸ਼ਾ ਕਾਲ ਕਰ ਸਕਦੇ ਹੋ। ਬੋਟਮ ਮੋਸਟ 'ਤੇ ਨੰਬਰ ਰਾਜੇ ਲਿਖਿਆ ਹੋਇਆ 9555150041। ਠੀਕ ਹੈ ਜੀ, ਇਹ ਜਿਹੜਾ ਸਭ ਤੋਂ ਨੀਚੇ ਨੰਬਰ ਲਿਖਿਆ ਹੋਇਆ, ਤੁਸੀਂ ਇਸ 'ਤੇ ਕਾਲ ਕਰਕੇ ਕੋਈ ਵੀ ਇਨਫੋਰਮੇਸ਼ਨ ਲੈ ਸਕਦੇ ਹੋ। ਠੀਕ ਹੈ ਜੀ, ਹਾਲੇ ਵੀਡੀਓ ਕੰਪਲੀਟ ਨਹੀਂ ਹੋਈ ਰਾਜੇ, 10 ਕੁਐਸਚਨ ਹੋਰ ਕਰਾਂਗੇ ਆਪਾਂ। ਠੀਕ ਹੈ, ਚਲੋ ਦ ਕਨਸੈਪਟ ਆਫ PIL। ਦ ਕਨਸੈਪਟ ਆਫ PIL ਪਬਲਿਕ ਇੰਟਰਸਟ ਲਿਟੀਗੇਸ਼ਨ। ਪਹਿਲਾਂ ਤਾਂ ਇਹਦੀ ਫੁੱਲ ਫਾਰਮ ਹੀ ਬਹੁਤ ਜ਼ਰੂਰੀ ਹੈ ਰਾਜੇ, ਇਹ ਫੁੱਲ ਫਾਰਮ ਹੀ ਐਜ਼ ਇਟ ਇਜ਼ ਪੁੱਛ ਲੈਂਦੇ ਨੇ ਕਿ PIL ਦੀ ਫੁੱਲ ਫਾਰਮ ਕੀ ਹੈ, ਪਬਲਿਕ ਇੰਟਰਸਟ ਲਿਟੀਗੇਸ਼ਨ। ਦ ਕਨਸੈਪਟ ਆਫ PIL ਓਰੀਜੀਨੇਟਡ ਇਨ, ਕਿਹੜੇ ਦੇਸ਼ ਦੇ ਵਿੱਚ ਇਹ ਜਿਹੜਾ ਕਨਸੈਪਟ ਸੀ ਸਟਾਰਟ ਹੋਇਆ? ਠੀਕ ਹੈ, ਆਇਰਲੈਂਡ ਦੇ ਵਿੱਚ, ਆਸਟ੍ਰੇਲੀਆ, ਯੂਨਾਈਟਿਡ ਕਿੰਗਡਮ, ਜਾਂ ਫਿਰ ਬ੍ਰਿਟੇਨ, ਜਾਂ ਫਿਰ ਯੂਨਾਈਟਿਡ ਸਟੇਟਸ ਆਫ ਅਮੈਰੀਕਾ। ਠੀਕ ਹੈ ਰਾਜੇ, ਇਹਦਾ ਆਨਸਰ ਆਏਗਾ ਰਾਜੇ ਯੂਨਾਈਟਿਡ ਸਟੇਟਸ ਆਫ ਅਮੈਰੀਕਾ, ਬਿਲਕੁਲ ਇਹਦਾ USA ਆਨਸਰ ਆਏਗਾ। ਅਮੈਰੀਕਾ ਦੇ ਵਿੱਚ ਰਾਜੇ PIL ਦਾ ਕਨਸੈਪਟ ਸਟਾਰਟ ਹੋਇਆ 1980s ਦੇ ਵਿੱਚ। ਠੀਕ ਹੈ, ਜਾਂ ਉਦੋਂ ਵੀ ਥੋੜ੍ਹਾ ਜਿਹਾ ਪਹਿਲਾਂ, ਬਟ ਆਪਾਂ ਇੱਥੇ ਮੰਨਾਂਗੇ ਕਿ ਅਮੈਰੀਕਾ ਦੇ ਵਿੱਚ ਇਹ ਵਾਲਾ ਕਨਸੈਪਟ ਸਟਾਰਟ ਹੋਏਗਾ। ਠੀਕ ਹੈ ਜੀ, ਜੇ ਆਪਾਂ ਇੰਡੀਆ ਦੀ ਗੱਲ ਕਰੀਏ ਰਾਜੇ, ਇੰਡੀਆ ਦੇ ਵਿੱਚ ਕੁਝ 5-7 ਸਾਲ ਬਾਅਦ ਸਟਾਰਟ ਹੋਇਆ ਸੀਗਾ, ਅਤੇ PN ਭਗਵਤੀ, ਚਲੋ ਉਹ ਸਾਨੂੰ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ। ਬਟ ਅਮੈਰੀਕਾ ਦੇ ਵਿੱਚ ਇਹ ਵਾਲਾ ਕਨਸੈਪਟ ਜਿਹੜਾ ਕੀ ਹੈ ਸਟਾਰਟ ਹੋਏਗਾ। ਬਟ ਸਟਿਲ ਤੁਸੀਂ ਲਿਖ ਸਕਦੇ ਹੋ ਅਗਰ ਲਿਖਣਾ ਹੈਗਾ। ਠੀਕ ਹੈ, ਇੰਡੀਆ ਦੇ ਵਿੱਚ ਕੀ ਹੈ ਜਿਹੜਾ PN ਭਗਵਤੀ ਸਾਹਿਬ ਜਿਹੜੇ ਜਸਟਿਸ ਸੀ ਸਾਡੇ, ਉਹਨਾਂ ਤੋਂ ਸਟਾਰਟ ਹੋਏਗਾ। ਠੀਕ ਹੈ, ਇੱਕ ਜਸਟਿਸ ਸੀਗੇ, ਜੱਜ ਸੀਗੇ PN ਭਗਵਤੀ, ਤਾਂ ਉਹਨਾਂ ਤੋਂ ਸਾਡਾ ਇੰਡੀਆ ਦੇ ਵਿੱਚ ਜਿਹੜਾ PIL ਦਾ ਕਨਸੈਪਟ ਸਟਾਰਟ ਹੋਇਆ। ਠੀਕ ਹੈ, ਓਰੀਜਨਲੀ ਅਮਰੀਕਾ ਦੇ ਵਿੱਚ ਸਟਾਰਟ ਹੋਇਆ। ਠੀਕ ਹੈ, ਦੋਨੇ ਚੀਜ਼ਾਂ ਇੰਪੋਰਟੈਂਟ ਨਹੀਂ ਹੈ, PN ਭਗਵਤੀ ਵੀ ਅਤੇ ਅਮਰੀਕਾ ਵੀ। ਚਲੋ 12th ਕੁਐਸਚਨ ਰਾਜੇ, ਈਜ਼ੀ ਕੁਐਸਚਨ ਹੈ, ਜਿਹਨੇ ਪੜ੍ਹਿਆ ਹੋਇਆ ਤਾਂ ਵਿਚ ਵਨ ਆਫ ਦ ਫੋਲੋਇੰਗ ਇਜ਼ ਰਾਈਟਲੀ ਡਿਸਕ੍ਰਾਈਬਡ ਐਜ਼ ਮੈਗਨਾ ਕਾਰਟਾ। ਮੈਗਨਾ ਕਾਰਟਾ ਆਪਾਂ ਹਮੇਸ਼ਾ ਵਰਡ ਯੂਜ਼ ਕਰਦੇ ਹੁੰਦੇ ਹਾਂ। ਠੀਕ ਹੈ, ਮੈਗਨਾ ਕਾਰਟਾ ਆਫ ਲੋਕਲ ਗਵਰਨਮੈਂਟ।
ਤਾਂ ਲੋਕਲ ਗਵਰਨਮੈਂਟ ਦਾ ਮੈਗਨਾ ਕਾਰਟਾ, ਲੋਕਲ ਗਵਰਨਮੈਂਟ ਦਾ ਕੀ ਮਤਲਬ ਹੈ, ਜਿਵੇਂ ਪੰਚਾਇਤ ਹੋ ਗਿਆ, ਮਿਊਨਿਸਪੈਲਿਟੀਜ਼ ਹੋ ਗਈਆਂ, ਠੀਕ ਹੈ, ਜਿਹੜਾ ਆਪਣਾ 3rd ਟੀਅਰ ਦੀ ਸਰਕਾਰ ਹੁੰਦੀ ਹੈ, 3rd ਟੀਅਰ ਦੀ, ਠੀਕ ਹੈ। ਤਾਂ ਲੋਕਲ ਗਵਰਨਮੈਂਟ ਦਾ ਮੈਗਨਾ ਕਾਰਟਾ ਕਿਹਨੂੰ ਕਿਹਾ ਜਾਂਦਾ ਰਾਜੇ? ਮੌਂਟੇਗਿਊਸ ਡਿਕਲੇਰੇਸ਼ਨ? ਨਹੀਂ, ਬਿਲਕੁਲ ਵੀ ਨਹੀਂ। ਰਿਪਨਸ ਰੈਜ਼ੋਲੂਸ਼ਨ ਦੇਖ ਲੈਂਦੇ ਹਾਂ। ਸੀਆਰ ਰਾਜ ਫਾਰਮੂਲਾ? ਨਹੀਂ, ਬਿਲਕੁਲ ਵੀ ਨਹੀਂ। ਮਾਊਂਟਬੈਟਨ ਪਲਾਨ? ਬਿਲਕੁਲ ਨਹੀਂ। ਆਪਣਾ ਆਨਸਰ ਹੈਗਾ ਰਾਜੇ ਰਿਪਨਸ ਰੈਜ਼ੋਲੂਸ਼ਨ। ਲੋਰਡ ਰਿਪਨ ਦੇ ਦੁਆਰਾ ਇੱਕ ਰੈਜ਼ੋਲੂਸ਼ਨ ਪਾਸ ਕੀਤੀ ਗਈ ਸੀਗੀ, ਉਹਨੂੰ ਅਸੀਂ ਮੈਗਨਾ ਕਾਰਟਾ ਆਫ ਲੋਕਲ ਸੈਲਫ ਗਵਰਨਮੈਂਟ ਕਹਿ ਦਿੰਦੇ ਹਾਂ, ਠੀਕ ਹੈ। ਲੋਰਡ ਰਿਪਨ ਦਾ ਟਾਈਮ ਪੀਰੀਅਡ ਕੀ ਸੀ ਰਾਜੇ? 1880 ਤੋਂ ਲੈ ਕੇ 1884, ਕਿ ਇਹ ਸਾਡੇ ਇੱਕ ਵਾਇਸਰੋਏ ਰਹੇ ਨੇਗੇ, ਸਾਡੇ ਵਾਇਸਰੋਏ ਰਹੇ ਨੇ ਲੋਰਡ ਰਿਪਨ, ਠੀਕ ਹੈ। 1880 ਤੋਂ ਲੈ ਕੇ 1884। ਇਸੇ ਕਰਕੇ ਰਾਜੇ ਲੋਰਡ ਰਿਪਨ ਨੂੰ ਫਾਦਰ ਆਫ ਲੋਕਲ ਸੈਲਫ ਗਵਰਨਮੈਂਟ ਵੀ ਕਿਹਾ ਜਾਂਦਾ ਹੈ, ਫਾਦਰ ਆਫ ਲੋਕਲ ਸੈਲਫ ਗਵਰਨਮੈਂਟ, ਠੀਕ ਹੈ। ਫਾਦਰ ਆਫ LSG ਕਿਹਾ ਜਾਂਦਾ ਕਿਹਨੂੰ? ਲੋਰਡ ਰਿਪਨ ਨੂੰ, ਠੀਕ ਹੈ। ਅਤੇ ਇਹਨਾਂ ਦੀ ਰੈਜ਼ੋਲੂਸ਼ਨ ਨੂੰ ਮੈਗਨਾ ਕਾਰਟਾ ਆਫ ਲੋਕਲ ਗਵਰਨਮੈਂਟ, ਠੀਕ ਹੈ ਜੀ। ਅਤੇ ਦੋਨੇ ਚੀਜ਼ਾਂ ਇੰਪੋਰਟੈਂਟ ਨੇ, ਦੋਨੇ ਹੀ ਕੁਐਸਚਨ ਅਕਸਰ ਆ ਜਾਂਦੇ ਨੇ ਕਿ ਫਾਦਰ ਆਫ ਲੋਕਲ ਸੈਲਫ ਗਵਰਨਮੈਂਟ ਕੌਣ ਹੈ? ਤਾਂ ਲੋਰਡ ਰਿਪਨ ਆਏਗਾ ਰਾਜੇ, ਠੀਕ ਹੈ ਜੀ। ਚਲੋ 13th ਕੁਐਸਚਨ ਦੇਖੀਏ। ਦ ਐਗਜ਼ੀਕਿਊਟਿਵ ਇਨ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਇਜ਼ ਪਾਵਰਫੁਲ ਬਿਕੋਜ਼, ਹੁਣ ਜਿਵੇਂ ਗੱਲ ਕਰਾਂ ਪ੍ਰੈਜ਼ੀਡੈਂਸ਼ੀਅਲ ਫਾਰਮ ਦੀ, ਅਗੇਨ ਅਮਰੀਕਾ ਦੀ ਆਪਾਂ ਐਗਜ਼ਾਮਪਲ ਲੈਂਦੇ ਹਾਂ। ਅਮਰੀਕਾ ਦੇ ਵਿੱਚ ਜਿਹੜਾ ਐਗਜ਼ੀਕਿਊਟਿਵ ਹੈ ਕੌਣ ਹੈ ਰਾਜੇ? ਉਹਨਾਂ ਦਾ ਪ੍ਰੈਜ਼ੀਡੈਂਟ ਹੈਗਾ, ਠੀਕ ਹੈ, ਜਿਹੜਾ ਕਿ ਬਹੁਤ ਪਾਵਰਫੁਲ ਇੱਕ ਪਰਸਨੈਲਿਟੀ ਹੈਗਾ, ਠੀਕ ਹੈ। ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਬਹੁਤ ਹੀ ਜ਼ਿਆਦਾ ਪਾਵਰਫੁਲ ਹੈ, ਈਵਨ ਆਪਣੇ PM ਦੇ ਨਾਲੋਂ ਪਾਵਰਫੁਲ ਹੈਗਾ, ਠੀਕ ਹੈ। ਤਾਂ ਇੰਨਾ ਜ਼ਿਆਦਾ ਪਾਵਰਫੁਲ ਹੈ ਪ੍ਰੈਜ਼ੀਡੈਂਟ ਉਹਨਾਂ ਦਾ। ਐਗਜ਼ੀਕਿਊਟਿਵ ਇਨ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਇਜ਼ ਪਾਵਰਫੁਲ ਬਿਕੋਜ਼, ਕਿ ਲੈਜਿਸਲੇਚਰ ਵੀਕ ਹੈ ਉਹਨਾਂ ਦੀ, ਠੀਕ ਹੈ। ਦੇਖੋ ਐਗਜ਼ੀਕਿਊਟਿਵ, ਲੈਜਿਸਲੇਚਰ, ਜੁਡੀਸ਼ਰੀ, ਇਹ ਤਿੰਨ ਇੱਕ ਪਿਲਰਸ ਹੁੰਦੇ ਨੇ ਸਰਕਾਰ ਦੇ ਕਿਸੇ ਦੇ ਵੀ, ਠੀਕ ਹੈ ਨਾ, ਇੱਕ ਐਡਮਿਨਿਸਟ੍ਰੇਸ਼ਨ ਦੇ, ਐਗਜ਼ੀਕਿਊਟਿਵ, ਲੈਜਿਸਲੇਚਰ, ਜੁਡੀਸ਼ਰੀ। ਤਾਂ ਕੁਐਸਚਨ ਕਹਿ ਰਿਹਾ ਵੀ ਐਗਜ਼ੀਕਿਊਟਿਵ ਉਹਨਾਂ ਦਾ ਜ਼ਿਆਦਾ ਸਟਰੋਂਗ ਕਿਉਂ ਹੈਗਾ? ਕਿ ਲੈਜਿਸਲੇਚਰ ਵੀਕ ਹੈ ਉਹਨਾਂ ਦਾ? ਇਹ ਇੱਕ ਆਪਸ਼ਨ ਤਾਂ ਇਹ ਹੈਗਾ। ਜੱਜਿਸ ਆਰ ਅਪੋਇੰਟਡ ਬਾਏ, ਕਿ ਜਿਹੜੇ ਜੁਡੀਸ਼ਰੀ ਹੈ ਜੱਜਿਸ, ਉਹ ਪ੍ਰੈਜ਼ੀਡੈਂਟ ਦੁਆਰਾ ਅਪੋਇੰਟ ਹੁੰਦੇ ਨੇ, ਉਹ ਐਗਜ਼ੀਕਿਊਟਿਵ ਦੁਆਰਾ ਅਪੋਇੰਟ ਹੁੰਦੇ ਨੇ। ਦੇਖੋ ਤੁਸੀਂ ਸਮਝੋ ਇਸ ਚੀਜ਼ ਨੂੰ, ਕਿ ਜਦੋਂ ਕਿਸੇ ਬੰਦੇ ਨੂੰ ਆਪਾਂ ਅਪੋਇੰਟ ਕਰਦੇ ਹਾਂ, ਕੋਈ ਇੱਕ ਬੰਦਾ ਦੂਸਰੇ ਬੰਦੇ ਨੂੰ ਅਪੋਇੰਟ ਕਰ ਰਿਹਾ, ਠੀਕ ਹੈ, ਤਾਂ ਓਬਵੀਅਸਲੀ ਇਹ ਕੋਈ ਛੋਟਾ ਬੰਦਾ ਹੋਊਗਾ ਇਸ ਨਾਲੋਂ, ਇਹ ਸੀਨੀਅਰ ਹੋਊਗਾ, ਇਹ ਜੂਨੀਅਰ ਹੋਊਗਾ, ਇਹੀ ਚੀਜ਼ ਹੋਊਗੀ। ਹੁਣ ਅਮਰੀਕਾ ਦੇ ਵਿੱਚ ਕੀ ਹੁੰਦਾ ਹੈ ਵੀ ਜਿਹੜੇ ਜੱਜਿਸ ਨੇ ਉਹਨਾਂ ਨੂੰ ਐਗਜ਼ੀਕਿਊਟਿਵ ਅਪੋਇੰਟ ਕਰਦਾ ਹੈ, ਪ੍ਰੈਜ਼ੀਡੈਂਟ ਅਪੋਇੰਟ ਕਰਦਾ ਹੈ, ਠੀਕ ਹੈ। ਤਾਂ ਕੀ ਕਿਹਾ ਜਾਂਦਾ ਵੀ ਜੁਡੀਸ਼ਰੀ ਫਿਰ ਛੋਟੀ ਹੋਗੀ, ਮਤਲਬ ਕਿਉਂਕਿ ਐਗਜ਼ੀਕਿਊਟਿਵ ਇਹਨਾਂ ਨੂੰ ਅਪੋਇੰਟ ਕਰ ਰਿਹਾ ਤਾਂ ਜੁਡੀਸ਼ਰੀ ਛੋਟੀ ਹੋਗੀ, ਇਹ ਵੀ ਆਪਸ਼ਨ ਕਹਿ ਰਹੇਗਾ। ਇਟ ਐਨਜੋਇਜ਼ ਸਿਕਿਉਰਿਟੀ ਆਫ ਟੈਨੋਰ, ਇਹਦੀ ਸਿਕਿਉਰਿਟੀ ਆਫ ਟੈਨੋਰ ਹੁੰਦੀ ਹੈ। ਜਿਵੇਂ ਆਪਾਂ ਗੱਲ ਕਰੀਏ ਆਪਣੇ PM ਦੀ ਜਾਂ ਆਪਣੇ ਇੰਡੀਆ ਦੀ, ਠੀਕ ਹੈ, ਆਪਣੇ ਸਾਰੇ ਮੰਤਰੀ ਮੰਡਲ ਦੀ, ਜੇ ਰਾਜੇ ਆਪਣੇ ਲੋਕ ਸਭਾ ਦੇ ਵਿੱਚ 272 ਤੋਂ ਸੀਟਾਂ ਘੱਟ ਗਈਆਂ ਇਹਨਾਂ ਦੀਆਂ, ਆਪਣੇ ਮੋਦੀ ਸਾਹਿਬ ਦੀਆਂ, ਠੀਕ ਹੈ, ਸਮਰਥਨ ਲੋਕਾਂ ਨੇ ਵਾਪਸ ਲੈ ਲਿਆ, BJP ਦੇ ਮੈਂਬਰਾਂ ਨੇ, ਜਿਹੜੇ MPs ਨੇ ਉਹਨਾਂ ਨੇ ਰਿਜ਼ਾਈਨ ਕਰਤਾ, ਅਤੇ ਟੋਟਲ ਨੰਬਰ 272 ਤੋਂ ਘੱਟ ਰਹਿ ਗਿਆ। ਐਟ ਪ੍ਰੈਜ਼ੈਂਟ ਕਿੰਨਾ? 303 ਹੈਗਾ, ਠੀਕ ਹੈ। ਜੇ 272 ਤੋਂ ਘੱਟ ਹੋ ਗਿਆ ਤਾਂ PM ਨੂੰ ਰਿਜ਼ਾਈਨ ਕਰਨਾ ਪਊਗਾ, PM ਨੂੰ ਰਿਜ਼ਾਈਨ ਕਰਨਾ ਪਊਗਾ, ਠੀਕ ਹੈ, ਉਸ ਟਾਈਮ 'ਤੇ। ਤਾਂ ਮਤਲਬ ਕੋਈ ਸਿਕਿਉਰਿਟੀ ਆਫ ਟੈਨੋਰ ਨਹੀਂ ਹੈਗੀ। ਇੱਕ ਤਾਂ ਹੁੰਦੀ ਹੈ 5 ਸਾਲ ਦੀ, ਠੀਕ ਹੈ, ਆਪਾਂ ਨੂੰ ਪਤਾ ਹੈ, ਬਟ 5 ਸਾਲ ਦੀ ਸਿਰਫ ਤਾਂ ਹੀ ਰਹੂਗੀ ਅਗਰ 272 ਤੋਂ ਪਲੱਸ ਨੰਬਰ ਰਹਿੰਦੇ ਨੇ, 5 ਸਾਲ। ਅਗਰ 272 ਤੋਂ ਘੱਟ MPs ਰਹਿ ਜਾਂਦੇ ਨੇ ਤਾਂ ਉਹਨਾਂ ਨੂੰ ਰਿਜ਼ਾਈਨ ਕਰਨਾ ਪਊਗਾ, ਠੀਕ ਹੈ। ਤਾਂ ਕੋਈ ਸਿਕਿਉਰਿਟੀ ਆਫ ਟੈਨੋਰ ਨਹੀਂ ਹੈਗੀ। ਬਟ ਅਮਰੀਕਾ ਦੇ ਵਿੱਚ ਰਾਜੇ ਸਿਕਿਉਰਿਟੀ ਆਫ ਟੈਨੋਰ ਹੈਗੀ ਆ, ਠੀਕ ਹੈ। ਇਨ ਨਾਰਮਲ ਜਰਨਲ ਕੇਸਿਸ ਦੇ ਵਿੱਚ ਪ੍ਰੈਜ਼ੀਡੈਂਟ ਨੂੰ ਛੇਤੀ ਹਟਾਇਆ ਨਹੀਂ ਜਾ ਸਕਦਾ। ਪ੍ਰੈਜ਼ੀਡੈਂਟ ਉਹਨਾਂ ਦਾ ਬਹੁਤ ਪਾਵਰਫੁਲ ਇਸੇ ਕਰਕੇ ਹੈ ਕਿ ਉਹਦੇ ਕੋਲ ਸਿਕਿਉਰਿਟੀ ਆਫ ਟੈਨੋਰ ਹੈਗਾ, ਠੀਕ ਹੈ ਰਾਜੇ, ਸਿਕਿਉਰਿਟੀ ਆਫ ਟੈਨੋਰ ਹੈ। ਤਾਂ ਆਪਣਾ ਆਨਸਰ ਆਏਗਾ ਰਾਜੇ C, ਠੀਕ ਹੈ, ਕਿ ਪ੍ਰੈਜ਼ੀਡੈਂਟ ਕੋਲੇ ਸਿਕਿਉਰਿਟੀ ਆਫ ਟੈਨੋਰ ਹੈਗੀ ਹੈ, ਇਸੇ ਕਰਕੇ ਉਹਨਾਂ ਦਾ ਜਿਹੜਾ ਐਗਜ਼ੀਕਿਊਟਿਵ ਹੈ ਬਹੁਤ ਪਾਵਰਫੁਲ ਹੈ, ਪ੍ਰੈਜ਼ੀਡੈਂਟ ਬਹੁਤ ਪਾਵਰਫੁਲ ਹੈ। ਆਪਣੇ ਪ੍ਰਧਾਨ ਮੰਤਰੀ ਇੰਨਾ ਪਾਵਰਫੁਲ ਕਿਉਂ ਨਹੀਂ ਹੈਗਾ? ਕਿਉਂਕਿ ਉਹਨੂੰ ਡਰ ਹੈ ਵੀ ਮੈਨੂੰ ਹਟਾਇਆ ਜਾ ਸਕਦਾ ਹੈ, ਵੀ ਮੈਂ ਅਗਰ ਕੌਨਫੀਡੈਂਸ ਖੋਤਾ, ਅਗਰ ਮੇਰੇ MPs ਛੱਡ ਕੇ ਚਲੇ ਗਏ ਮੈਨੂੰ, ਤਾਂ ਮੈਨੂੰ ਹਟਾਇਆ ਜਾ ਸਕਦਾ ਹੈ, ਠੀਕ ਹੈ। ਤਾਂ ਇਸ ਕਰਕੇ ਜ਼ਿਆਦਾ ਸਟਰੋਂਗ ਨਹੀਂ ਹੈਗਾ, ਠੀਕ ਹੈ। ਹਾਂ ਪਾਵਰਫੁਲ ਹੈਗਾ ਬਟ ਇੰਨਾ ਨਹੀਂ ਹੈਗਾ ਜਿੰਨਾ ਕਿ ਅਮਰੀਕਾ ਦਾ ਪ੍ਰੈਜ਼ੀਡੈਂਟ ਹੈ। ਅਮਰੀਕਾ ਦਾ ਪ੍ਰੈਜ਼ੀਡੈਂਟ ਇਸੇ ਕਰਕੇ ਜ਼ਿਆਦਾ ਪਾਵਰਫੁਲ ਹੈ ਕਿ ਉਹਦੇ ਕੋਲ ਇੱਕ ਸਿਕਿਉਰਿਟੀ ਆਫ ਟੈਨੋਰ ਹੈ, ਵੀ 4 ਸਾਲ ਦੀ ਟਰਮ ਉਹ ਰਹੂਗਾ ਹੀ ਰਹੂਗਾ। ਜਿਹੜਾ ਇੰਪੀਚਮੈਂਟ ਵਾਲਾ ਪ੍ਰੋਸੈਸ ਹੈ ਬਹੁਤ ਹੀ ਔਖਾ ਹੈਗਾ, ਠੀਕ ਹੈ, ਤਾਂ ਉਹ ਜ਼ਿਆਦਾ ਚੱਕਰ 'ਚ ਨਹੀਂ ਪੈਂਦੇ ਆਪਾਂ, ਠੀਕ ਹੈ। ਹਾਂ ਇਹ ਵੀ ਆਪਸ਼ਨ ਹੈਗਾ ਬਟ ਸਟਿਲ ਆਪਣਾ ਆਨਸਰ ਆਏਗਾ ਰਾਜੇ ਇਟ ਐਨਜੋਇਜ਼ ਅ ਸਿਕਿਉਰਿਟੀ ਆਫ ਟੈਨੋਰ, ਠੀਕ ਹੈ ਜੀ। ਚਲੋ ਇਸੇ ਕਰਕੇ ਜਿਹੜਾ ਐਗਜ਼ੀਕਿਊਟਿਵ ਹੈ ਜ਼ਿਆਦਾ ਪਾਵਰਫੁਲ ਹੈ। ਕੌਂਸਟੀਟਿਊਸ਼ਨ ਆਫ ਇੰਡੀਆ ਬੋਰੋਡ ਦ ਸਕੀਮ ਆਫ ਇੰਡੀਅਨ ਫੈਡਰੇਸ਼ਨ ਆਪਾਂ ਗੱਲ ਕਰਦੇ ਸੀ ਕਿ ਆਪਣਾ ਜਿਹੜਾ ਇੰਡੀਆ ਹੈ ਇੱਕ ਫੈਡਰਲ ਕੰਟਰੀ ਹੈ, ਠੀਕ ਹੈ, ਕੁਛ ਨਾ ਕੁਛ ਫੈਡਰਲ ਫੀਚਰ ਵੀ ਹੈਗੇ ਨੇ, ਕੁਛ ਯੂਨਿਟਰੀ ਫੀਚਰ ਵੀ ਹੈਗੇ ਨੇ ਇੰਡੀਆ ਦੇ ਵਿੱਚ। ਤਾਂ ਜਿਹੜੀ ਇਹ ਫੈਡਰੇਸ਼ਨ ਹੈ ਇੱਕ ਕੁਆਜ਼ਾਈ ਫੈਡਰਲ, ਜੀ ਆਪਣੇ ਇੱਕ ਵਰਡ ਆਉਂਦਾ ਰਾਜੇ ਕੁਆਜ਼ਾਈ ਫੈਡਰਲ, ਤੁਸੀਂ ਪੜ੍ਹਿਆ ਹੋਣਾ, ਜਾਂ ਫਿਰ ਕੋਆਪਰੇਟਿਵ ਫੈਡਰਲਿਜ਼ਮ, ਠੀਕ ਹੈ। ਤਾਂ ਜਿਹੜੀ ਇਹ ਵਾਲਾ ਜਿਹੜੀ ਮਿਕਸ ਜੀ ਫੈਡਰੇਸ਼ਨ ਹੈ ਰਾਜੇ, ਫੈਡਰਲਿਜ਼ਮ ਹੈਗੀ, ਇਹ ਅਸੀਂ ਕਿੱਥੋਂ ਬੋਰੋ ਕੀਤੀ ਹੈ ਸਕੀਮ? ਇਹ ਅਸੀਂ ਬੋਰੋ ਕੀਤੀ ਰਾਜੇ ਕੈਨੇਡਾ ਤੋਂ, ਠੀਕ ਹੈ, ਇਹਦਾ ਆਨਸਰ ਆਏਗਾ ਕੈਨੇਡਾ। ਬਿਕਾਜ਼ ਅਮਰੀਕਾ ਦੇ ਵਿੱਚ ਕੀ ਹੈ ਰਾਜੇ ਪਿਓਰ ਫੈਡਰਲਿਜ਼ਮ ਹੈਗੀ, ਠੀਕ ਹੈ, ਸਭ ਤੋਂ ਪਿਓਰ ਫੈਡਰਲਿਜ਼ਮ ਅਮਰੀਕਾ ਦੇ ਵਿੱਚ ਹੈਗੀ। ਸਾਡੇ ਦੇਸ਼ ਦੇ ਵਿੱਚ ਉਨੀ ਸਟਰੋਂਗ, ਉਨੀ ਵਧੀਆ ਫੈਡਰਲਿਜ਼ਮ ਨਹੀਂ ਹੈਗੀ। ਅਸੀਂ ਜਿਹੜੀ ਫੈਡਰਲਿਜ਼ਮ ਬੋਰੋ ਕੀਤੀ ਹੈ ਉਹ ਕੈਨੇਡਾ ਤੋਂ ਬੋਰੋ ਕੀਤੀ ਹੈ। ਐਗਜ਼ਾਮਪਲ ਕੀ ਹੈ, ਜਿਵੇਂ ਗੱਲ ਕਰੀਏ ਆਪਾਂ ਗਵਰਨਰ ਦੀ, ਕੈਨੇਡਾ ਦੇ ਵਿੱਚ ਵੀ ਜਿਹੜਾ ਗਵਰਨਰ ਹੈ ਸੈਂਟਰ ਹੀ ਅਪੋਇੰਟ ਕਰਦੀ ਹੈ, ਠੀਕ ਹੈ, ਕੈਨੇਡਾ ਵਿੱਚ ਵੀ। ਸਾਡੇ ਇੰਡੀਆ ਦੇ ਵਿੱਚ ਵੀ ਜਿਹੜੀ ਕੇਂਦਰ ਸਰਕਾਰ ਹੈ
ਉਹ ਸਾਡੇ ਸਟੇਟਸ ਦੇ ਵਿੱਚ ਗਵਰਨਰ ਭੇਜਦੀ ਹੈ ਅਪੋਇੰਟ ਕਰਕੇ, ਠੀਕ ਹੈ। ਤਾਂ ਸੇਮ ਚੀਜ਼ ਕੈਨੇਡਾ ਦੇ ਵਿੱਚ ਹੁੰਦੀ ਹੈ। ਅਗੇਨ ਇੱਕ ਹੋਰ ਚੀਜ਼ ਕੀ ਹੈ ਰਾਜੇ, ਕੈਨੇਡਾ ਦੇ ਵਿੱਚ ਵੀ ਜਿਹੜਾ ਸੈਂਟਰ ਸਰਕਾਰ ਹੈ ਉਹ ਜ਼ਿਆਦਾ ਸਟਰੋਂਗ ਹੈ ਕੰਪੇਅਰ ਟੂ ਸਟੇਟਸ, ਠੀਕ ਹੈ। ਇੰਡੀਆ ਦੇ ਵਿੱਚ ਵੀ ਇਹੀ ਚੀਜ਼ ਹੈ ਕਿ ਕੇਂਦਰ ਸਰਕਾਰ ਜਿਹੜੀ ਹੈਗੀ ਹੈ ਉਹ ਜ਼ਿਆਦਾ ਪਾਵਰਫੁਲ ਹੈ ਕੰਪੇਅਰ ਟੂ ਸਟੇਟਸ, ਠੀਕ ਹੈ। ਤਾਂ ਇਹ ਵਾਲੀ ਜਿਹੜੀ ਸਕੀਮ ਹੈ ਆਪਣੀ ਫੈਡਰਲਿਜ਼ਮ ਵਾਲੀ ਆਪਣੀ, ਉਹ ਆਪਾਂ ਨੇ ਕੈਨੇਡਾ ਤੋਂ ਬੋਰੋ ਕੀਤੀ ਹੈ ਜੀ, ਠੀਕ ਹੈ। ਅੱਗੇ ਤੋਂ ਯਾਦ ਰੱਖਣਾ। 15th ਕੁਐਸਚਨ ਰਾਜੇ, ਵਿਚ ਫੀਚਰਸ ਐਂਡ ਸੋਰਸਿਸ ਆਰ ਰੋਂਗਲੀ ਮੈਚਡ। ਬਹੁਤ ਇੰਪੋਰਟੈਂਟ ਕੁਐਸਚਨ ਰਾਜੇ। ਅਕਸਰ ਹੀ ਪੰਜਾਬ ਦੇ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਅਕਸਰ ਆਉਂਦਾ ਹੈਗਾ ਕਿ ਕਿਹੜੇ ਦੇਸ਼ ਦੇ ਵਿੱਚੋਂ, ਕਿਹੜੀ ਕੰਟਰੀ ਤੋਂ ਅਸੀਂ ਕਿਹੜਾ ਫੀਚਰ ਹੈ ਜਿਹੜਾ ਬੋਰੋ ਕੀਤਾ ਹੈਗਾ, ਠੀਕ ਹੈ। ਕੁਛ ਇੱਕ ਡਿਫਰੈਂਟ ਟੌਪਿਕ ਆਉਂਦਾ ਹੈਗਾ, ਮੈਂ ਪੜ੍ਹਾਉਂਦਾ ਹੁੰਦਾ, ਠੀਕ ਹੈ, ਪੜ੍ਹਦੇ ਹੁੰਦੇ ਆਪਾਂ ਕਿ ਜਿਹੜੇ ਕੰਟਰੀ ਤੋਂ ਅਸੀਂ ਡਿਫਰੈਂਟ ਫੀਚਰਸ ਬੋਰੋ ਕੀਤੇ ਨੇ, ਠੀਕ ਹੈ। ਤਾਂ ਇੰਪੋਰਟੈਂਟ ਟੌਪਿਕ ਹੈ, ਪੜ੍ਹ ਲੈਣਾ ਤੁਸੀਂ ਪਲੀਜ਼, ਠੀਕ ਹੈ। ਇੱਥੇ ਆਪਾਂ ਕੁਐਸਚਨ ਦੇਖਦੇ ਹਾਂ, ਨੀਚੇ ਸਟਾਰਟ ਕਰਦੇ ਹਾਂ ਰਾਜੇ। ਫੰਡਾਮੈਂਟਲ ਰਾਈਟਸ USA ਤੋਂ, ਬਿਲਕੁਲ ਠੀਕ ਹੈ ਰਾਜੇ ਕਿ ਅਸੀਂ ਫੰਡਾਮੈਂਟਲ ਰਾਈਟਸ ਅਮਰੀਕਾ ਤੋਂ ਬੋਰੋ ਕੀਤੇ ਨੇ। ਡਾਇਰੈਕਟਿਵ ਪ੍ਰਿੰਸੀਪਲਸ ਅਸੀਂ ਇਰਿਸ਼ ਯਾਨੀ ਕਿ ਆਇਰਲੈਂਡ ਤੋਂ ਬੋਰੋ ਕੀਤੇ ਨੇ, ਇਹ ਵੀ ਬਿਲਕੁਲ ਠੀਕ ਹੈ। ਕੌਂਕਰੈਂਟ ਲਿਸਟ ਰਾਜੇ, ਜਿਹੜੀ ਮੈਂ ਤੁਹਾਨੂੰ ਕਿਹਾ ਸੀ 7th ਸ਼ਡਿਊਲ ਦੇ ਵਿੱਚ 3 ਲਿਸਟ ਹੁੰਦੀਆਂ ਨੇ, ਯੂਨੀਅਨ, ਸਟੇਟ ਅਤੇ ਕੌਂਕਰੈਂਟ। ਜਿਹੜੀ ਇਹ 3rd ਲਿਸਟ ਹੈ ਰਾਜੇ, ਇਹ ਅਸੀਂ ਆਸਟ੍ਰੇਲੀਆ ਤੋਂ ਬੋਰੋ ਕੀਤੀ ਹੈਗੀ, ਠੀਕ ਹੈ। ਇਹ ਵੀ ਬਿਲਕੁਲ ਠੀਕ ਹੈ ਜੀ। 4th ਆਪਸ਼ਨ ਦੇਖਿਆ ਰਾਜੇ, A ਆਪਸ਼ਨ ਜੁਡੀਸ਼ੀਅਲ ਰਿਵਿਊ, ਇਹ ਰਾਜੇ ਬ੍ਰਿਟੇਨ ਤੋਂ ਨਹੀਂ, ਇਹ ਗਲਤ ਹੈ। ਅਸੀਂ ਇਹ ਵੀ ਅਮਰੀਕਾ ਤੋਂ ਬੋਰੋ ਕੀਤਾ ਹੈ। ਜਿਵੇਂ ਸਾਡੇ PIL ਦੀ ਗੱਲ ਕੀਤੀ ਸੀ ਆਪਾਂ ਨੇ, PIL ਵੀ ਜੁਡੀਸ਼ਰੀ ਦੇ ਨਾਲ ਰਿਲੇਟਡ ਹੈਗਾ, ਠੀਕ ਹੈ। ਅਤੇ ਇਹ ਵੀ ਅਸੀਂ ਅਮਰੀਕਾ ਤੋਂ ਬੋਰੋ ਕੀਤਾ PIL, ਅਤੇ ਜੁਡੀਸ਼ੀਅਲ ਰਿਵਿਊ ਵੀ ਅਸੀਂ ਅਮਰੀਕਾ ਤੋਂ ਹੀ ਬੋਰੋ ਕੀਤਾ, ਠੀਕ ਹੈ। ਧਿਆਨ ਰੱਖਣਾ ਰਾਜੇ, ਬ੍ਰਿਟੇਨ ਤੋਂ ਨਹੀਂ, ਅਮਰੀਕਾ ਤੋਂ ਬੋਰੋ ਕੀਤਾ ਸੀ, ਠੀਕ ਹੈ, ਜੁਡੀਸ਼ੀਅਲ ਰਿਵਿਊ। ਚਲੋ ਠੀਕ ਹੈ ਜੀ। ਤਾਂ ਕੀ ਪੁੱਛਿਆ ਸੀ, ਰੋਂਗਲੀ ਮੈਚਡ, ਤਾਂ ਆਪਣਾ ਆਨਸਰ ਆਏਗਾ ਰਾਜੇ A, ਜੁਡੀਸ਼ੀਅਲ ਰਿਵਿਊ ਅਸੀਂ ਅਮਰੀਕਾ ਤੋਂ ਬੋਰੋ ਕੀਤਾ, ਨਾ ਕਿ ਬ੍ਰਿਟੇਨ ਤੋਂ, ਠੀਕ ਹੈ ਜੀ। ਤਾਂ ਪਹਿਲਾ ਆਪਸ਼ਨ ਬਿਲਕੁਲ ਗਲਤ ਹੈਗਾ, ਇਹ ਆਪਣਾ ਆਨਸਰ ਆਏਗਾ। ਹੂ ਰੋਟ ਦਾ ਬੁੱਕ ਦ ਸਟੋਰੀ ਆਫ ਇੰਟੀਗ੍ਰੇਸ਼ਨ ਆਫ ਇੰਡੀਅਨ ਸਟੇਟਸ। ਤੁਹਾਨੂੰ ਪਤਾ ਰਾਜੇ, ਆਜ਼ਾਦੀ ਤੋਂ ਬਾਅਦ, ਇੰਡੀਪੈਂਡੈਂਸ ਤੋਂ ਬਾਅਦ ਸਾਡਾ ਦੇਸ਼ ਮਤਲਬ ਜਾਂ ਫਿਰ ਇੰਡੀਪੈਂਡੈਂਸ ਦੇ ਨੇੜੇ ਤੇੜੇ ਸਾਡਾ ਦੇਸ਼ ਕਾਫੀ ਟੁਕੜਿਆਂ ਦੇ ਵਿੱਚ ਟੁੱਟਿਆ ਹੋਇਆ ਸੀਗਾ। ਛੋਟੇ ਰਾਜੇ ਰਜਵਾੜੇ ਸੀਗੇ, ਛੋਟੀਆਂ ਰਿਆਸਤਾਂ ਸੀਗੀਆਂ, ਠੀਕ ਹੈ। ਸਰਦਾਰ ਪਟੇਲ ਦੀ ਤੁਹਾਨੂੰ ਕੰਟਰੀਬਿਊਸ਼ਨ ਪਤਾ ਹੈ ਕਿ ਸਾਰੀਆਂ ਸਟੇਟਸ ਨੂੰ ਇਕੱਠਾ ਕਰਕੇ ਇੱਕ ਇੰਟੀਗਰਲ ਇੰਡੀਆ ਬਣਾਇਆ ਸੀਗਾ, ਇੱਕ ਵੱਡਾ ਸਟੇਟ ਬਣਾਇਆ ਸੀ, ਇੰਡੀਆ ਸਟੇਟ, ਠੀਕ ਹੈ। ਤਾਂ ਸਰਦਾਰ ਪਟੇਲ ਨੇ ਬਣਾਇਆ ਸਾਰਾ ਕੁਛ। ਹੁਣ ਇਹੀ ਸਰਦਾਰ ਪਟੇਲ ਦੀ ਜਿਹੜੀ ਜਰਨੀ ਸੀਗੀ, ਠੀਕ ਹੈ, ਇਹ ਸਾਰਾ ਕੁਛ ਇੱਕ ਬੁੱਕ ਫਾਰਮ ਦੇ ਵਿੱਚ ਅਵੇਲੇਬਲ ਹੈ। ਉਹ ਬੁੱਕ ਹੈਗੀ ਸਟੋਰੀ ਆਫ ਇੰਟੀਗ੍ਰੇਸ਼ਨ ਆਫ ਇੰਡੀਅਨ ਸਟੇਟਸ। ਵੀ ਸਰਦਾਰ ਪਟੇਲ ਨੇ ਕਿਹੋ ਜਿਹੇ ਮੈਕੈਨਿਜ਼ਮ ਯੂਜ਼ ਕੀਤੇ, ਕਿਹੋ ਜਿਹੇ ਜਿਹੜੇ ਕੀ ਹੈ ਹਥਕੰਡੇ ਅਪਣਾਏ, ਠੀਕ ਹੈ, ਮੈਕੈਨਿਜ਼ਮ ਅਪਣਾਏ, ਤਾਂ ਕਿ ਇੱਕ ਸਟਰੋਂਗ ਇੰਡੀਅਨ ਸਟੇਟ ਐਮਰਜ ਹੋਵੇ, ਠੀਕ ਹੈ। ਤਾਂ ਇਹ ਸਾਰਾ ਕੁਛ ਇੱਕ ਬੁੱਕ ਫਾਰਮ ਦੇ ਵਿੱਚ ਲਿਖਿਆ ਗਿਆ। ਕਿਹੜੀ ਬੁੱਕ, ਕਿਹਨੇ ਲਿਖੀ ਸੀ ਰਾਜੇ ਬੁੱਕ? ਇਹ ਬੁੱਕ ਲਿਖੀ ਹੈ ਰਾਜੇ VP ਮੈਨਨ ਸਾਹਿਬ ਨੇ, ਠੀਕ ਹੈ। ਸਰਕਾਰ ਦੇ ਸੈਕਟਰੀ ਸੀਗੇ ਇਹ, ਸਰਦਾਰ ਪਟੇਲ ਦੇ ਅੰਡਰ ਹੀ ਸੀਗੇ। ਤਾਂ ਇਹ VP ਮੈਨਨ ਨੇ ਜਿਹੜਾ ਕੀ ਹੈ ਇਹ ਬੁੱਕ ਲਿਖੀ ਹੈ, ਦ ਸਟੋਰੀ ਆਫ ਇੰਟੀਗ੍ਰੇਸ਼ਨ ਆਫ ਇੰਡੀਅਨ ਸਟੇਟਸ। ਬਿਕਾਜ਼ ਫਸਟ ਹੈਂਡ ਐਕਸਪੀਰੀਅੰਸ ਸੀ ਰਾਜੇ, ਸਰਦਾਰ ਪਟੇਲ ਨਾਲ ਹੀ ਕੰਮ ਕੀਤਾ ਹੈ ਅਤੇ ਉਹਨਾਂ ਨਾਲ ਸਾਰਾ ਕੁਛ ਐਕਸਪੀਰੀਅੰਸ ਸ਼ੇਅਰ ਕੀਤਾ ਹੈਗਾ। ਤਾਂ ਇਹਨਾਂ ਦੀ ਵੀ ਬੜੀ ਕੰਟਰੀਬਿਊਸ਼ਨ ਰਹੀ ਹੈ। ਤਾਂ ਇਹਨਾਂ ਨੇ ਹੀ ਬੁੱਕ ਲਿਖੀ ਹੈ ਸਟੋਰੀ ਆਫ ਇੰਟੀਗ੍ਰੇਸ਼ਨ ਆਫ ਇੰਡੀਅਨ ਸਟੇਟਸ, ਠੀਕ ਹੈ। BN ਰਾਓ ਕੌਣ ਸੀ ਰਾਜੇ? ਸਾਡੇ ਕੌਂਸਟੀਟਿਊਸ਼ਨਲ ਐਡਵਾਈਜ਼ਰ ਸੀਗੇ, ਕੌਂਸਟੀਟਿਊਸ਼ਨਲ ਐਡਵਾਈਜ਼ਰ, ਠੀਕ ਹੈ, ਜਦੋਂ ਸਾਡੀ ਕੌਂਸਟੀਟਿਊਂਟ ਅਸੈਂਬਲੀ ਬਣੀ ਸੀ, ਠੀਕ ਹੈ। ਤਾਂ ਇਹ ਆਪਣੇ ਕੌਂਸਟੀਟਿਊਸ਼ਨਲ ਐਡਵਾਈਜ਼ਰ ਸੀਗੇ, ਕੌਣ? BN ਰਾਓ। ਬੁੱਕ ਆਪਣਾ ਇਸ ਕੁਐਸਚਨ ਦਾ ਆਨਸਰ ਕੀ ਹੈ ਰਾਜੇ? D, VP ਮੈਨਨ ਸਾਹਿਬ। 16 ਹੋ ਗਏ ਜੀ। 17th ਕੁਐਸਚਨ ਦੇਖੀਏ ਆਪਾਂ, ਈਜ਼ੀ ਕੁਐਸਚਨ ਹੈ ਰਾਜੇ, ਠੀਕ ਹੈ, ਕੋਈ ਇਸ ਵਿੱਚ ਜ਼ਿਆਦਾ ਪ੍ਰੋਬਲਮ ਨਹੀਂ ਹੈਗੀ। ਪ੍ਰੈਜ਼ੀਡੈਂਟ ਆਫ ਇੰਡੀਆ, ਭਾਰਤ ਦੇ ਰਾਸ਼ਟਰਪਤੀ ਕੀ ਨੇਗੇ? ਹੈਡ ਆਫ ਸਟੇਟ, ਹੈਡ ਆਫ ਗਵਰਨਮੈਂਟ, ਬੋਥ ਹੈਡ ਆਫ ਸਟੇਟ, ਹੈਡ ਆਫ ਗਵਰਨਮੈਂਟ, ਜਾਂ ਨਨ ਆਫ ਦਾ ਅਬਵ। ਤਾਂ ਆਪਣਾ ਆਨਸਰ ਆਏਗਾ ਰਾਜੇ ਪ੍ਰੈਜ਼ੀਡੈਂਟ ਆਪਣੇ ਹੈਡ ਆਫ ਸਟੇਟ ਨੇਗੇ, ਠੀਕ ਹੈ। ਹੈਡ ਆਫ ਸਟੇਟ ਇੱਕ ਨੋਮੀਨਲ ਪੋਜੀਸ਼ਨ ਹੈਗੀ, ਆਪਾਂ ਨੂੰ ਪਤਾ ਹੈ, ਨੋਮੀਨਲ ਡੀ ਜੂਰੇ ਇਹ ਵਰਡ ਯੂਜ਼ ਕਰਦੇ ਆਪਾਂ ਕਿ ਪ੍ਰੈਜ਼ੀਡੈਂਟ ਆਪਣੇ ਇੱਕ ਡੀ ਜੂਰੇ ਐਗਜ਼ੀਕਿਊਟਿਵ ਨੇਗੇ, ਠੀਕ ਹੈ। ਅਤੇ ਹੈਡ ਆਫ ਸਰਕਾਰ ਕੌਣ ਨੇ ਰਾਜੇ? ਹੈਡ ਆਫ ਗਵਰਨਮੈਂਟ ਕੌਣ ਨੇ? PM ਨੇ ਸਾਡੇ, ਜਿਹੜੇ ਕਿ ਡੀ ਫੈਕਟੋ ਜਾਂ ਫਿਰ ਰੀਅਲ ਐਗਜ਼ੀਕਿਊਟਿਵ ਨੇਗੇ। ਅਸਲੀ ਪਾਵਰ ਤਾਂ PM ਕੋਲ ਹੀ ਹੁੰਦੀ ਹੈ। ਪ੍ਰੈਜ਼ੀਡੈਂਟ ਕੋਲ ਸਿਰਫ ਨੋਮੀਨਲ ਪਾਵਰ ਹੈਗੀ, ਸਿਰਫ ਨਾਮ ਦੀ, ਸਿਰਫ ਸਾਈਨ ਕਰਨੇ, ਠੀਕ ਹੈ। ਇਸ ਕਰਕੇ ਇਹ ਹੈਡ ਆਫ ਦਾ ਸਟੇਟ ਕਹਿੰਦੇ ਆਪਾਂ ਪ੍ਰੈਜ਼ੀਡੈਂਟ ਨੂੰ, ਅਤੇ ਸਰਕਾਰ ਦੇ ਹੈਡ ਕੌਣ ਨੇ? PM ਨੇਗੇ, ਠੀਕ ਹੈ ਜੀ। ਕਲੀਅਰ ਹੈਗਾ। ਅਮਰੀਕਾ ਦੇ ਵਿੱਚ ਕੀ ਹੈ ਰਾਜੇ, ਜਿਹੜਾ ਕੀ ਹੈ ਇੱਕੋ ਪ੍ਰੈਜ਼ੀਡੈਂਟ, ਇਹ ਬੋਥ ਹੈਡ ਆਫ ਦਾ ਸਟੇਟ ਹੈਗਾ ਅਤੇ ਬੋਥ ਹੈਡ ਆਫ ਗਵਰਨਮੈਂਟ ਵੀ ਹੈਗਾ, ਠੀਕ ਹੈ। ਹੈਡ ਆਫ ਸਟੇਟ ਵੀ ਉਹੀ ਬੰਦਾ ਹੈ, ਹੈਡ ਆਫ ਗਵਰਨਮੈਂਟ ਵੀ ਉਹ ਬੰਦਾ, ਕਿੱਥੇ? ਅਮਰੀਕਾ ਦੇ ਵਿੱਚ। ਬਟ ਸਾਡੇ ਦੇਸ਼ ਦੇ ਵਿੱਚ ਰਾਜੇ ਹੈਡ ਆਫ ਸਟੇਟ ਕੌਣ ਹੈ? ਪ੍ਰੈਜ਼ੀਡੈਂਟ ਸਾਡਾ। ਹੈਡ ਆਫ ਗਵਰਨਮੈਂਟ ਕੌਣ ਹੈ? PM ਹੈ। ਅਮਰੀਕਾ ਦੇ ਵਿੱਚ ਦੋਨੋਂ ਬੰਦੇ ਸੇਮ ਨੇਗੇ, ਠੀਕ ਹੈ ਜੀ, ਧਿਆਨ ਰੱਖਣਾ। 18th ਕੁਐਸਚਨ ਰਾਜੇ, ਫੰਡਾਮੈਂਟਲ ਡਿਊਟੀਜ਼ ਆਫ ਸਿਟੀਜ਼ਨ ਡਜ਼ ਨਾਟ ਇੰਕਲੂਡ। ਸਾਨੂੰ ਪਤਾ ਰਾਜੇ ਸਾਡੇ ਪਾਰਟ 4A ਦੇ ਵਿੱਚ ਐਡ ਹੋਈਆਂ ਨੇਗੀਆਂ ਫੰਡਾਮੈਂਟਲ ਡਿਊਟੀਜ਼, ਪਾਰਟ 4A 42nd ਅਮੈਂਡਮੈਂਟ ਦੇ ਨਾਲ ਐਡ ਹੋਈਆਂ ਰਾਜੇ 1976, ਠੀਕ ਹੈ ਜੀ, ਆਪਾਂ ਨੂੰ ਪਤਾ ਹੈ। ਸਵਰਨ ਸਿੰਘ ਕਮੇਟੀ ਨੇ ਜਿਹੜੀਆਂ ਕੀ ਇਹ ਰეკਮੈਂਡ ਕੀਤੀਆਂ ਸੀਗੀਆਂ, ਸਵਰਨ ਸਿੰਘ ਕਮੇਟੀ, ਠੀਕ ਹੈ। ਐਮਰਜੈਂਸੀ ਦੇ ਟਾਈਮ 'ਤੇ ਅਸੀਂ ਐਡ ਕੀਤੀਆਂ ਨੇਗੀਆਂ। 42nd ਅਮੈਂਡਮੈਂਟ ਨੂੰ ਅਸੀਂ ਮਿਨੀ ਕੌਂਸਟੀਟਿਊਸ਼ਨ ਵੀ ਕਹਿ ਦਿੰਦੇ, ਇਹ ਵੀ ਤੁਹਾਨੂੰ ਪਤਾ ਹੋਊਗਾ, ਹੈ ਨਾ। ਤਾਂ ਪਾਰਟ 4A ਦੇ ਵਿੱਚ ਐਡ ਹੋਇਆ ਰਾਜੇ,
ਪਾਰਟ 4A ਦੇ ਵਿੱਚ ਐਡ ਹੋਈਆਂ ਨੇ ਫੰਡਾਮੈਂਟਲ ਡਿਊਟੀਜ਼, ਠੀਕ ਹੈ, ਇਹ ਆਪਾਂ ਨੂੰ ਪਤਾ ਹੈ। ਆਰਟੀਕਲ ਕਿਹੜਾ ਰਾਜੇ, ਆਰਟੀਕਲ 51A ਆਰਟੀਕਲ ਹੈ ਫੰਡਾਮੈਂਟਲ ਡਿਊਟੀਜ਼ ਦਾ, ਠੀਕ ਹੈ ਜੀ। ਜੇ ਗੱਲ ਕਰੀਏ ਰਾਜੇ ਹੁਣ ਇਹ ਕੁਐਸਚਨ ਕੀ ਪੁੱਛ ਰਿਹਾ ਰਾਜੇ ਕਿ ਇਹਨਾਂ ਸਾਰਿਆਂ ਦੇ ਵਿੱਚੋਂ ਆਪਣਾ ਜਿਹੜਾ ਫੰਡਾਮੈਂਟਲ ਡਿਊਟੀਜ਼ ਦਾ ਪਾਰਟ ਕਿਹੜਾ ਨਹੀਂ ਹੈਗਾ, ਵਿਚ ਫੋਲੋਇੰਗ ਫੰਡਾਮੈਂਟਲ ਡਿਊਟੀਜ਼ ਆ ਕਿਹੜੇ ਇਹਨਾਂ ਦੇ ਵਿੱਚੋਂ ਕਿਹੜੀ ਫੰਡਾਮੈਂਟਲ ਡਿਊਟੀ ਨਹੀਂ ਹੈਗੀ, ਠੀਕ ਹੈ। ਤਾਂ ਦੇਖ ਲੈਂਦੇ ਆਪਾਂ, ਰਿਸਪੈਕਟ ਫॉर ਕੌਨਸਟੀਟਿਊਸ਼ਨ, ਨੈਸ਼ਨਲ ਫਲੈਗ, ਨੈਸ਼ਨਲ ਐਂਥਮ, ਕੀ ਇਹ ਸਾਡੀ ਫੰਡਾਮੈਂਟਲ ਡਿਊਟੀ ਹੈਗੀ ਹੈ? ਬਿਲਕੁਲ ਹੈਗੀ ਹੈ ਰਾਜੇ, ਇਹ ਸਾਡੀ ਫੰਡਾਮੈਂਟਲ ਡਿਊਟੀ ਹੈਗੀ ਹੈ। ਟੂ ਡਿਵੈਲਪ ਸਾਇੰਟੀਫਿਕ ਟੈਂਪਰ, ਇਹ ਵੀ ਸਾਡੀ ਫੰਡਾਮੈਂਟਲ ਡਿਊਟੀ ਹੈਗੀ ਹੈ ਰਾਜੇ। ਰਿਸਪੈਕਟ ਫॉर ਗਵਰਨਮੈਂਟ, ਨਹੀਂ, ਇਹ ਬਿਲਕੁਲ ਵੀ ਕੋਈ ਫੰਡਾਮੈਂਟਲ ਡਿਊਟੀ ਨਹੀਂ ਹੈਗੀ, ਇਹ ਨਹੀਂ ਹੈਗੀ ਰਾਜੇ। ਤਾਂ ਆਪਣਾ ਆਨਸਰ ਰਾਜੇ ਸੀ ਆਏਗਾ ਕਿ ਰਿਸਪੈਕਟ ਫॉर ਗਵਰਨਮੈਂਟ ਇਟਸ ਨਥਿੰਗ ਲਾਈਕ ਫੰਡਾਮੈਂਟਲ ਡਿਊਟੀ, ਠੀਕ ਹੈ। ਇਹ ਕੋਈ ਸਾਡੀ ਪਾਰਟ 4A ਦੇ ਵਿੱਚ ਨਹੀਂ ਲਿਖਿਆ, ਆਰਟੀਕਲ 51A ਦੇ ਵਿੱਚ ਨਹੀਂ ਲਿਖਿਆ ਹੋਇਆ। ਰਿਸਪੈਕਟ ਫॉर ਗਵਰਨਮੈਂਟ ਇਜ਼ ਨੋਟ ਅ ਫੰਡਾਮੈਂਟਲ ਡਿਊਟੀ ਟੂ ਪ੍ਰੋਟੈਕਟ ਵਾਈਲਡ ਲਾਈਫ, ਬਿਲਕੁਲ ਰਾਜੇ, ਇਹ ਬਿਲਕੁਲ ਸਾਡੀ ਫੰਡਾਮੈਂਟਲ ਡਿਊਟੀ ਹੈਗੀ ਹੈ, ਠੀਕ ਹੈ। ਇਹ ਬਾਅਦ ਦੇ ਵਿੱਚ ਐਡ ਹੋਇਆ ਸੀਗਾ, ਠੀਕ ਹੈ ਜੀ। ਹਾਂ ਬਿਲਕੁਲ ਠੀਕ ਹੈ ਜੀ, ਸਾਰਾ ਕੁਛ ਇਹ ਰਿਸਪੈਕਟ ਫॉर ਕੌਨਸਟੀਟਿਊਸ਼ਨ ਵੀ ਹੈਗਾ, ਸਾਇੰਟੀਫਿਕ ਟੈਂਪਰ ਵੀ ਹੈਗਾ, ਅਤੇ ਵਾਈਲਡ ਲਾਈਫ ਦੀ ਪ੍ਰੋਟੈਕਸ਼ਨ ਵੀ ਫੰਡਾਮੈਂਟਲ ਡਿਊਟੀ ਹੈਗੀ ਹੈ। ਰਿਸਪੈਕਟ ਫॉर ਗਵਰਨਮੈਂਟ ਇਜ਼ ਨੋਟ ਅ ਫੰਡਾਮੈਂਟਲ ਡਿਊਟੀ, ਠੀਕ ਹੈ ਜੀ। ਚਲੋ 19ਵਾਂ ਕੁਐਸਚਨ ਦੇਖਿਆ ਰਾਜੇ, ਦ ਮੈਂਬਰਸ ਆਫ ਰਾਜ ਸਭਾ ਆਰ ਇਲੈਕਟਡ ਫॉर ਅ ਟਰਮ, ਠੀਕ ਹੈ। ਰਾਜੇ ਜੇ ਲੋਕ ਸਭਾ ਦੀ ਗੱਲ ਕਰੀਏ ਤਾਂ ਲੋਕ ਸਭਾ ਦੀ ਟਰਮ ਕਿੰਨੀ ਹੁੰਦੀ ਹੈ? 5 ਸਾਲ ਦੀ ਹੁੰਦੀ ਹੈ, ਠੀਕ ਹੈ। ਬਟ ਰਾਜ ਸਭਾ ਦੇ ਮੈਂਬਰਸ ਦੀ ਗੱਲ ਕਰੀਏ ਆਪਾਂ, ਮੈਂਬਰਸ ਆਫ ਰਾਜ ਸਭਾ, ਇਹਨਾਂ ਦੀ ਇੱਕ ਟਰਮ ਲਿਮਿਟਡ ਹੁੰਦੀ ਹੈਗੀ 6 ਈਅਰ ਦੀ, ਅਤੇ ਆਪਣਾ ਆਨਸਰ ਆਏਗਾ ਰਾਜੇ ਏ, ਕਿ ਰਾਜ ਸਭਾ ਦੇ ਮੈਂਬਰਸ ਦੀ ਜਿਹੜੀ ਟਰਮ ਹੈਗੀ ਉਹ 6 ਈਅਰ ਹੁੰਦੀ ਹੈ ਰਾਜੇ, ਠੀਕ ਹੈ। ਇਹ ਤੁਸੀਂ ਕੁਐਸਚਨ ਨੋਟ ਕਰ ਲਓ, 6 ਸਾਲਾਂ ਦੀ ਟਰਮ ਹੁੰਦੀ ਹੈ ਹਰ ਰਾਜ ਸਭਾ ਦੇ ਮੈਂਬਰ ਦੀ, ਠੀਕ ਹੈ। ਰਾਜ ਸਭਾ ਦੀ ਆਪਦੀ ਟਰਮ ਨਹੀਂ ਹੁੰਦੀ ਹੈਗੀ, ਠੀਕ ਹੈ। ਆਪ ਤਾਂ ਇਹ ਇੱਕ ਮਤਲਬ ਕੀ ਹੈ, ਪਰਮਾਨੈਂਟ ਹਾਊਸ ਹੈਗਾ, ਤਾਂ ਮਤਲਬ ਇਹ ਤਾਂ ਡਿਜ਼ੋਲਵ ਹੁੰਦਾ ਹੀ ਨਹੀਂ ਕਦੇ, ਇਹ ਤਾਂ ਪਰਮਾਨੈਂਟ ਹੈਗਾ। ਇਹਦੀ ਆਪਦੀ ਟਰਮ ਨਹੀਂ ਹੈਗੀ ਰਾਜ ਸਭਾ ਦੀ ਐਜ਼ ਅ ਹਾਊਸ, ਇੱਕ ਹਾਊਸ ਦੇ ਤੌਰ 'ਤੇ ਕੋਈ ਟਰਮ ਨਹੀਂ ਹੈਗੀ, ਬਟ ਮੈਂਬਰਸ ਦੀ, ਇਹਦੇ ਵਿੱਚ ਜਿਹੜੇ ਮੈਂਬਰਸ ਨੇ ਉਹਨਾਂ ਦੀ ਟਰਮ ਹੈਗੀ ਹੈ, ਠੀਕ ਹੈ। ਜੇ ਲੋਕ ਸਭਾ ਦੀ ਗੱਲ ਕਰੀਏ ਆਪਾਂ ਤਾਂ ਲੋਕ ਸਭਾ ਦੀ ਹਾਊਸ ਦੀ ਵੀ ਟਰਮ ਹੈ, ਲੋਕ ਸਭਾ ਦੀ ਪੂਰੇ ਦੇ ਪੂਰੇ ਹਾਊਸ ਦੀ ਟਰਮ ਹੈਗੀ ਉਹ 5 ਸਾਲ ਹੈਗੀ ਮੈਕਸਿਮਮ, ਠੀਕ ਹੈ। ਰਾਜ ਸਭਾ ਦੇ ਹਾਊਸ ਦੀ ਕੋਈ ਟਰਮ ਨਹੀਂ, ਹਾਊਸ ਪਰਮਾਨੈਂਟ ਹੈ, ਬਟ ਮੈਂਬਰਸ ਦੀ ਟਰਮ ਹੈ ਉਹ ਹੈਗੀ ਹੈ 6 ਸਾਲ, ਠੀਕ ਹੈ ਜੀ। ਆਈ ਹੋਪ ਕਲੀਅਰ ਹੈ ਰਾਜੇ। ਅੱਜ ਦਾ ਲਾਸਟ ਕੁਐਸਚਨ ਆਪਣਾ 20th ਕੁਐਸਚਨ ਹੈਗਾ, ਠੀਕ ਹੈ। ਗ੍ਰਾਂਟਸ ਇਨ ਏਡ ਆਰ ਪ੍ਰੋਵਾਈਡਡ ਐਵਰੀ ਈਅਰ ਟੂ ਸਚ ਸਟੇਟ ਐਜ਼ ਆਰ ਇਨ ਨੀਡ ਆਫ ਅਸਿਸਟੈਂਸ ਐਜ਼ ਡਿਟਰਮਿਨਡ ਬਾਈ, ਰਾਜੇ ਸੈਂਟਰ ਤੋਂ ਕੁਝ ਗ੍ਰਾਂਟਸ ਹੋ ਜਾਂਦੀਆਂ ਨੇ ਰਾਜੇ ਸਟੇਟਸ ਨੂੰ, ਗ੍ਰਾਂਟਸ ਇਨ ਏਡ ਕਹਿੰਦੇ ਨੇ ਆਪਾਂ ਉਹਨੂੰ, ਠੀਕ ਹੈ। ਤਾਂ ਇਹ ਜਿਹੜੀ ਡਿਸਾਈਡ ਕੌਣ ਕਰਦਾ ਹੈਗਾ, ਰეკਮੈਂਡ ਕੌਣ ਕਰਦਾ ਸਰਕਾਰ ਨੂੰ ਵੀ ਕਿੰਨੇ ਪੈਸੇ ਕਿਸੇ ਸਟੇਟ ਨੂੰ ਦੇਣੇ ਨੇਗੇ, ਠੀਕ ਹੈ। ਹਰ ਇੱਕ ਸਟੇਟਸ ਨੂੰ ਕਿੰਨੇ ਪੈਸੇ ਦੇਣੇ ਨੇ, ਇਹ ਸੈਂਟਰ ਨੂੰ ਕੌਣ ਦੇਖ ਕੇ ਦੱਸਦਾ, ਕੌਣ ਰეკਮੈਂਡ ਕਰਦਾ ਰਾਜੇ, ਕਿਹੜੀ ਬੋਡੀ ਕਰਦੀ ਹੈ? ਤਾਂ ਉਹਦਾ ਆਨਸਰ ਆਏਗਾ ਰਾਜੇ ਫਾਈਨਾਂਸ ਕਮਿਸ਼ਨ। ਫਾਈਨਾਂਸ ਕਮਿਸ਼ਨ ਰეკਮੈਂਡ ਕਰਦੀ ਹੈ ਸਰਕਾਰ ਨੂੰ ਵੀ ਕਿਹੜੀ ਸਟੇਟ ਨੂੰ ਕਿੰਨੀ ਗ੍ਰਾਂਟਸ ਦੇਣੀ ਹੈ, ਠੀਕ ਹੈ। ਤਾਂ ਇਹਦਾ ਆਨਸਰ ਆਏਗਾ ਰਾਜੇ ਫਾਈਨਾਂਸ ਕਮਿਸ਼ਨ, ਠੀਕ ਹੈ ਜੀ। ਆਪਣੀ ਜਿਹੜੀ ਗ੍ਰਾਂਟਸ ਇਨ ਏਡ ਨੇਗੀਆਂ ਹਰ ਇੱਕ ਸਟੇਟਸ ਨੂੰ ਫਾਈਨਾਂਸ ਕਮਿਸ਼ਨ ਦੀ ਰეკਮੈਂਡੇਸ਼ਨ ਨਾਲ ਹੀ ਆਪਾਂ ਜਿਹੜਾ ਸੈਂਟਰ ਹੈ ਉਹ ਦਿੰਦਾ, ਠੀਕ ਹੈ। ਫਾਈਨਾਂਸ ਕਮਿਸ਼ਨ ਸੈਂਟਰ ਨੂੰ ਰეკਮੈਂਡ ਕਰਦਾ ਵੀ ਕਿਹੜੀ ਸਟੇਟ ਨੂੰ ਕਿੰਨੇ ਪੈਸੇ ਦੇਣੇ, ਕਿੰਨੀ ਗ੍ਰਾਂਟਸ ਦੇਣੀ ਹੈ, ਠੀਕ ਹੈ ਜੀ। ਇਹੀ ਕੁਐਸਚਨ ਪੁੱਛ ਰਿਹਾ ਆਪਣਾ। ਇਹਦਾ ਆਰਟੀਕਲ ਕਿਹੜਾ ਰਾਜੇ? ਫਾਈਨਾਂਸ ਕਮਿਸ਼ਨ ਦਾ ਆਰਟੀਕਲ 280, ਬਹੁਤ ਇੰਪੋਰਟੈਂਟ ਆਰਟੀਕਲ ਹੈ ਰਾਜੇ। ਆਰਟੀਕਲ 280 ਦੇ ਵਿੱਚ ਸਾਡੀ ਫਾਈਨਾਂਸ ਕਮਿਸ਼ਨ ਹੈ, ਹਰ 5 ਸਾਲ ਬਾਅਦ ਜਿਹੜੀ ਕੀ ਇਹ ਐਸਟੈਬਲਿਸ਼ ਕੀਤੀ ਜਾਂਦੀ ਹੈ, ਅਪਾਇੰਟ ਕੀਤੀ ਜਾਂਦੀ ਹੈ, ਠੀਕ ਹੈ। ਹੁਣੀ ਰੀਸੈਂਟਲੀ ਵੀ ਜਿਹੜੀ ਕੀ ਹੈ ਨਵੀਂ ਅਸੀਂ ਅਪਾਇੰਟ ਕੀਤੀ ਹੈ 15th ਫਾਈਨਾਂਸ ਕਮਿਸ਼ਨ, ਠੀਕ ਹੈ ਜੀ। NK ਸਿੰਘ ਸਾਡੇ ਜਿਹਦੇ ਚੇਅਰਮੈਨ ਹੈਗੇ, ਇਹ ਵੀ ਇੰਪੋਰਟੈਂਟ ਹੈਗਾ ਕਿ 15th ਫਾਈਨਾਂਸ ਕਮਿਸ਼ਨ ਦੇ ਚੇਅਰਮੈਨ ਕੌਣ ਨੇ ਰਾਜੇ? NK ਸਿੰਘ, ਹਾਂ ਠੀਕ ਹੈ ਰਾਜੇ। ਇਹ ਸਾਰਾ ਸੀ ਰਾਜੇ ਆਪਣੇ 20 ਕੁਐਸਚਨਸ ਪੋਲਿਟੀ ਦੇ ਪੜ੍ਹੇ ਨੇ ਆਪਾਂ ਨੇ, ਠੀਕ ਹੈ। ਦੇਖੋ ਰਾਜੇ ਐਗਜ਼ਾਮ ਤਾਂ ਸਾਰੇ ਆਉਣ ਵਾਲੇ ਨੇਗੇ, ਠੀਕ, ਬਲਕਿ ਆ ਰਹੇ ਨੇ, ਡੇਟਸ ਵੀ ਡਿਕਲੇਅਰ ਹੋਣ ਲੱਗੀਆਂ, ਤਾਂ ਤਿਆਰੀ ਖਿੱਚ ਦਿਓ ਰਾਜੇ। ਅਗਰ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਕਮੀ ਹੈਗੀ ਹੈ ਤਾਂ ਪਲੀਜ਼ ਗਾਈਡੈਂਸ ਲੈਣ ਤੋਂ ਹਿਚਕਚਾਓ ਨਾ, ਇਹ ਮੌਕਾ ਦੁਬਾਰਾ ਨਹੀਂ ਆਉਣਾ ਰਾਜੇ, ਠੀਕ ਹੈ। ਬੜੇ ਸਾਲਾਂ ਬਾਅਦ, ਬੜੇ 5 ਸਾਲਾਂ ਬਾਅਦ ਇਹ ਜੋਬਸ ਦਾ ਸੀਜ਼ਨ ਆਇਆ, ਮੈਂ ਕਹਾਂਗਾ ਸੀਜ਼ਨ ਹੀ ਕਹਾਂਗਾ ਮੈਂ ਇੱਕ ਤਰ੍ਹਾਂ ਦਾ। ਤਾਂ ਇਸ ਸੀਜ਼ਨ ਦੇ ਵਿੱਚ ਤੁਸੀਂ ਵਾਂਝੇ ਨਾ ਰਹਿ ਜਾਓ ਤਾਂ ਰਾਜੇ, ਤੁਸੀਂ ਵੀ ਆਪਣੇ ਹੱਥ ਚੰਗੀ ਤਰ੍ਹਾਂ ਧੋਵੋ, ਅਤੇ ਅਗਰ ਤੁਹਾਨੂੰ ਲੱਗਦਾ ਰਾਜੇ ਕੋਚਿੰਗ ਦੀ ਲੋੜ ਹੈਗੀ ਹੈ ਜਾਂ ਕਿਸੇ ਹੋਰ ਗਾਈਡੈਂਸ ਦੀ ਲੋੜ ਹੈ ਤਾਂ ਪਲੀਜ਼ ਆਪਣੇ ਆਪ ਨਾਲ ਕੰਪਰੋਮਾਈਜ਼ ਨਾ ਕਰਿਓ। ਅਗਰ ਥੋੜ੍ਹੀ ਬਹੁਤੀ ਇਨਵੈਸਟਮੈਂਟ ਦੇ ਨਾਲ ਤੁਹਾਨੂੰ ਗਵਰਨਮੈਂਟ ਜੋਬ ਮਿਲਦੀ ਹੈ ਤਾਂ ਡੈਫੀਨੇਟਲੀ ਗਵਰਨਮੈਂਟ ਜੋਬ ਲੈਣ ਦੇ ਵਿੱਚ ਫਾਇਦਾ ਹੈਗਾ, ਠੀਕ ਹੈ। ਅਤੇ ਅਗਰ ਸਾਡੇ ਤੋਂ ਕੋਈ ਹੈਲਪ ਚਾਹੀਦਾ ਰਾਜੇ ਤਾਂ ਨੀਚੇ ਨੰਬਰ ਫਲੈਸ਼ ਹੋ ਰਿਹਾ ਹੈਗਾ 9559150041, ਇਹ ਨੰਬਰ 'ਤੇ ਤੁਸੀਂ ਕਦੇ ਵੀ ਕਾਲ ਕਰ ਸਕਦੇ ਹੋ ਰਾਜੇ। ਕੋਈ ਵੀ ਤੁਸੀਂ ਇਨਫੋਰਮੇਸ਼ਨ ਲੈਣੀ ਹੈ, ਚਾਹੇ ਤਾਂ ਉਹ ਕੋਈ ਐਗਜ਼ਾਮ ਬਾਰੇ ਹੈ, ਚਾਹੇ ਕੋਈ ਬੈਚ ਬਾਰੇ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਨਫੋਰਮੇਸ਼ਨ ਹੈ ਰਾਜੇ, ਤੁਸੀਂ ਇਸ ਨੰਬਰ 'ਤੇ ਕਾਲ ਕਰਕੇ ਹਮੇਸ਼ਾ ਲੈ ਸਕਦੇ ਹੋ, ਠੀਕ ਹੈ। ਅਗਰ ਕਾਲ ਨਹੀਂ ਕਰਨੀ ਤਾਂ ਵਟਸਐਪ ਕਰ ਦਿਓ, ਤੁਹਾਨੂੰ ਵਟਸਐਪ 'ਤੇ ਵੀ ਸਾਰੀ ਇਨਫੋਰਮੇਸ਼ਨ ਮਿਲ ਜਾਏਗੀ, ਠੀਕ ਹੈ। ਰਿਪਲਾਈ ਡੈਫੀਨੇਟਲੀ ਆਏਗਾ, ਠੀਕ ਹੈ। 955150
0041 ਇਹ ਨੰਬਰ ਹੈ ਸਾਡਾ ਰਾਜੇ, ਸਾਡਾ ਹੈਲਪਲਾਈਨ ਨੰਬਰ ਹੈ, ਤੁਸੀਂ ਉਸ 'ਤੇ ਕਾਲ ਕਰਕੇ ਕੋਈ ਵੀ ਇਨਫੋਰਮੇਸ਼ਨ ਲੈ ਸਕਦੇ ਹੋ। ਸਾਡੇ ਰਾਜੇ ਲਾਈਵ ਬੈਚਿਸ ਵੀ ਚੱਲਦੇ ਨੇਗੇ, ਰਿਕਾਰਡਡ ਕਲਾਸਿਸ ਵੀ ਹੁੰਦੀਆਂ ਨੇਗੀਆਂ, ਠੀਕ ਹੈ। ਪੰਜਾਬ ਸਟੇਟ ਕੋਆਪਰੇਟਿਵ ਬੈਂਕ ਦੇ ਜਿਹੜੇ ਐਗਜ਼ਾਮ ਨੇ ਉਹਦੇ ਵਾਸਤੇ ਬੈਚਿਸ ਚੱਲ ਰਹੇ ਨੇ, ਐਕਸਾਈਜ਼ ਇੰਸਪੈਕਟਰ ਵਾਸਤੇ PSPCL PSTCL ਇਹ ਸਭ ਵਾਸਤੇ ਐਗਜ਼ਾਮ ਜਿਹੜੇ ਕਿ ਬੈਚਿਸ ਚੱਲ ਵੀ ਰਹੇ ਨੇ, ਔਰ ਨਵੇਂ ਬੈਚਿਸ ਵੀ ਰਾਜੇ ਸਟਾਰਟ ਹੋਣ ਵਾਲੇ ਨੇ। ਨਵੇਂ ਬੈਚਿਸ ਦੀ ਸਟਾਰਟਿੰਗ ਵਾਸਤੇ ਰਾਜੇ ਕੋਈ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਇਸ ਨੰਬਰ 'ਤੇ ਪਲੀਜ਼ ਕਾਲ ਕਰਕੇ ਲੈ ਸਕਦੇ ਹੋ, ਠੀਕ ਹੈ ਰਾਜੇ। ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ ਰਾਜੇ। ਡੇਲੀ 9 ਵਜੇ ਰਾਜੇ ਇਹ ਸੈਸ਼ਨ ਹੋਏਗਾ, ਜਨਰਲ ਅਵੇਅਰਨੈਸ ਦਾ ਡੇਲੀ ਹੋਏਗਾ, ਔਰ ਅਸੀਂ ਕੁਛ 15-20 ਕੁਐਸਚਨ ਹਮੇਸ਼ਾ ਡੇਲੀ ਸੋਲਵ ਕਰਾਂਗੇ। 15-20 ਕੁਐਸਚਨ ਦੇ ਨਾਲ ਹੋਰ ਵੀ ਕੁਐਸਚਨ ਸੋਲਵ ਕਰਾਂਗੇ ਆਪਾਂ, ਠੀਕ ਹੈ। ਅਤੇ ਡੇਲੀ ਜਿਹੜੀ ਮੈਰਾਥਨ ਚੱਲੇਗੀ ਇਹ 10 ਦਿਨ ਐਟਲੀਸਟ, ਤਾਂ ਰਾਜੇ ਜ਼ਰੂਰ ਅਟੈਂਡ ਕਰਨਾ, ਜ਼ਰੂਰ ਫਾਇਦਾ ਉਠਾਉਣਾ ਹੈ, ਠੀਕ ਹੈ। ਬਾਕੀ ਤਿਆਰੀ ਖਿੱਚ ਤੋਂ ਰਾਜੇ, ਆਲ ਦਾ ਬੈਸਟ ਰਾਜੇ, ਟੇਕ ਕੇਅਰ।